ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰੇ ਸ਼ਾਮਲ ਹੋਣ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ। ਜਪ ਬਾਣੀ ਦੀ ਲੜੀਵਾਰ ਵਿਚਾਰ ਜੋ ਅਸੀਂ ਕਰ ਰਹੇ ਹਾਂ, ਉਸ ਦੀ ਪੌੜੀ ਪੌੜੀ ਕਰਕੇ ਪਹਿਲਾਂ ਅਸੀਂ ਪੌੜੀਆਂ ਦੀਆਂ ਵਿਚਾਰਾਂ ਕਰ ਚੁੱਕੇ ਹਾਂ। ਹੁਣ ਤਤਸਾਰ ਸਮਰੀ ਬਰੀਫ ਗੁਰੂ ਸਾਹਿਬ ਜੀ ਨੇ ਪੌੜੀਆਂ ਵਿੱਚ ਕੀ ਸਾਨੂੰ ਸਮਝਾਇਆ, 33 ਪੌੜੀਆਂ ਤੱਕ ਅਸੀਂ ਵੀ ਵਿਚਾਰ ਕਰ ਚੁੱਕੇ ਹਾਂ। ਅੱਜ 34ਵੀਂ ਪੌੜੀ ਤੋਂ ਇਹ ਵਿਚਾਰ ਆਰੰਭ ਹੋਵੇਗੀ ਔਰ ਇਹ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਸਾਡੇ ਨਾਲ ਸਾਂਝੀ ਕਰ ਰਹੇ ਹਨ। ਪਿਛਲੀਆਂ ਪੌੜੀਆਂ ਦੀ ਵਿਚਾਰ ਵੀ ਆਪ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਤੇ ਮੈਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਇਹਨਾਂ ਪੌੜੀਆਂ ਦੀ ਵਿਚਾਰ ਸਮਰੀ ਸਾਡੇ ਨਾਲ ਵਿਚਾਰ ਆਰੰਭ ਕੀਤੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਵੀਰ ਜੀ ਨੇ ਦੱਸਿਆ ਹੈ ਕਿ ਆਪਾਂ ਅੱਜ 34ਵੀਂ ਪੌੜੀ ਤੋਂ ਵਿਚਾਰ ਸ਼ੁਰੂ ਕਰਨੀ ਹੈ ਜੀ। ਤੋ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਇੱਕ ਵਾਰ ਪਾਠ ਕਰ ਲਈਏ ਜੀ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਸਰਮ ਧਰਮਸ਼ਾਲ, ਤਿਸ ਵਿੱਚ ਜੀ ਜਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨੀਚਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਗੁਰੂ ਪਿਆਰਿਓ, ਇਸ ਪੌੜੀ ਤੋਂ ਹੁਣ ਆਪਾਂ ਜਪਜੀ ਸਾਹਿਬ ਦੇ ਜੋ ਆਖਰੀ ਹਿੱਸਾ ਹੈ ਉੱਥੇ ਪਹੁੰਚ ਗਏ ਹਾਂ। ਇਹ ਹਿੱਸਾ ਹੈ ਜੋ ਜਪਜੀ ਦੇ ਵਿੱਚ ਇਸ ਪਵਿੱਤਰ ਬਾਣੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸ਼ੁਰੂ ਤੋਂ ਲੈ ਕੇ ਜੋ ਗੁਰਮਤਿ ਫਿਲਾਸਫੀ ਦੇ ਡੂੰਘੇ ਭੇਦ ਸਮਝਾਏ ਹਨ, ਉਹਨਾਂ ਦੇ ਸਿਖਰ ਤੇ ਲਿਜਾ ਕੇ ਸਤਿਗੁਰੂ ਜੀ ਨੇ ਸਾਡੇ ਨਾਲ ਹੁਣ 5 ਖੰਡਾਂ ਦੀ ਵਿਚਾਰ ਸ਼ੁਰੂ ਕਰ ਰਹੇ ਹਨ। ਇਸ ਪੌੜੀ ਤੋਂ ਇਹ ਵਿਚਾਰ ਸ਼ੁਰੂ ਹੈ। ਤੋ 5 ਖੰਡਾਂ ਬਾਰੇ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਤੋ 5 ਖੰਡ ਦਾ ਅਰਥ ਕੀ ਹੈ, ਇਹਦੇ ਬਾਰੇ ਆਪਾਂ ਕਾਫੀ ਵਿਸਥਾਰ ਦੇ ਵਿੱਚ ਪਹਿਲਾਂ ਵਿਚਾਰ ਕੀਤੀ ਸੀ। ਅੱਜ ਕੇਵਲ ਟੂਕ ਮਾਤਰ ਅਸੀਂ ਹਲਕੀ ਜਿਹੀ ਵਿਚਾਰ ਕਰਾਂਗੇ, ਕਿਉਂਕਿ ਵਿਦਵਾਨਾਂ ਦੇ ਵਿੱਚ ਇਹਦੇ ਬਾਰੇ ਬਹੁਤ ਮਤਭੇਦ ਹਨ। ਬਹੁਤ ਸਾਰੇ ਵਿਦਵਾਨਾਂ ਨੇ ਅਲੱਗ-ਅਲੱਗ ਵਿਚਾਰ ਇਹਦੇ ਬਾਰੇ ਦਿੱਤੇ ਹਨ। ਕਈਆਂ ਨੇ ਇਹਨੂੰ ਸਥਾਨ ਮੰਨਿਆ ਹੈ, ਮਤਲਬ ਸਥੂਲ ਸਥਾਨ ਮੰਨਿਆ ਹੈ ਜਿੱਥੇ ਮਨੁੱਖ ਪਹੁੰਚਦਾ ਹੈ ਅਤੇ ਇਹ ਸਭ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਜਾਂ ਅਨੁਭਵ ਕਰਨ ਨੂੰ ਮਿਲਦੀਆਂ ਹਨ। ਕੁਝ ਹੋਰ ਵਿਦਵਾਨ ਹਨ ਜਿਹੜੇ ਵਿਦਾਂਤ ਆਦਿ ਜਿਹੜੇ ਮਤ ਹਨ, ਖਾਸ ਕਰਕੇ ਵਿਦਾਂਤ ਦੇ ਅਸਰ ਦੇ ਥੱਲੇ ਇਹਨੂੰ 5 ਖੰਡਾਂ ਨੂੰ ਉਹਨੇ ਕਾਂਡਾਂ ਨਾਲ ਤੁਲਨਾ ਦੇ ਦਿੱਤੀ। ਜਿਵੇਂ ਕਰਮ ਕਾਂਡ ਇੱਕ ਖੰਡ ਹੈ ਜਿਹਦੇ ਵਿੱਚ ਕਰਮਾਂ ਦਾ ਵਿਚਾਰ ਦਿੱਤਾ ਜਾਂਦਾ ਹੈ ਸਨਾਤਨ ਮਤ ਦੇ ਵਿੱਚ। ਇਸੇ ਤਰ੍ਹਾਂ ਹੀ ਗਿਆਨ ਖੰਡ ਹੈ ਜਾਂ ਗਿਆਨ ਕਾਂਡ ਹੈ ਜਾਂ ਮੰਤਰ ਕਾਂਡ ਹੈ, ਵੇਦ ਆਦਿਕ ਹਨ।
तो ਉਸੇ ਤਰ੍ਹਾਂ ਹੀ ਇਹਨਾਂ ਨੂੰ ਉਹਨਾਂ ਨਾਲ ਸੰਬੰਧਿਤ ਕੀਤਾ। ਤੋ 5 ਖੰਡਾਂ ਨੂੰ 4 ਕਾਂਡਾਂ ਦੇ ਨਾਲ ਸੰਬੰਧਿਤ ਕਰਕੇ ਵਿਦਵਾਨਾਂ ਨੇ ਇਹਨੂੰ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਈਆਂ ਨੇ ਵਿਦਾਂਤ ਦਾ ਇੱਕ ਹੋਰ ਮਤ ਹੈ ਜੋ 5 ਕੋਸ਼ ਹਨ, ਜੋ ਆਤਮਾ ਦੇ ਉੱਤੇ 5 ਆਪਾਂ ਇਹ ਕਹੀਏ ਕਿ ਕਵਰਿੰਗਸ ਜਿਹੜੀਆਂ ਹੋਈਆਂ ਹਨ, ਉਹਨਾਂ ਨਾਲ ਸੰਬੰਧਿਤ ਕਰ ਦਿੱਤਾ ਹੈ। ਕਿਸੇ ਨੇ ਹੋਰ ਆਪਣਾ ਅਨੁਭਵ ਪ੍ਰਾਪਤ ਕੀਤਾ, ਕਿਸ ਤਰ੍ਹਾਂ ਉਹਨੂੰ ਗਿਆਨ ਹੋਇਆ ਕਿ ਇਹਨੂੰ ਜਿਸ ਤਰ੍ਹਾਂ ਲੋਕ ਕਹੇ ਜਾਂਦੇ ਹਨ, ਕੋਈ 3 ਲੋਕ, 7 ਲੋਕ, 8 ਲੋਕ ਆਦਿਕ ਹਨ, ਉਹਨਾਂ ਨਾਲ ਸੰਬੰਧਿਤ ਕਰ ਦਿੱਤਾ, ਜੋ ਵੱਖੋ ਵੱਖ ਵਿਚਾਰ ਸਨਾਤਨ ਮਤ ਦੀਆਂ ਵੱਖੋ ਵੱਖ ਪੁਸਤਕਾਂ ਦੇ ਵਿੱਚ ਮਿਲਦੇ ਹਨ। ਕੁਝ ਗੁਰਸਿੱਖਾਂ ਨੇ, ਭਾਈ ਰਣਧੀਰ ਸਿੰਘ ਵਰਗਿਆਂ ਨੇ ਇਹਨਾਂ ਨੂੰ ਸੂਖਮ ਲੋਕ ਮੰਨਿਆ ਹੈ। ਭਾਵ ਇਹਨਾਂ ਨੂੰ ਮੰਨਿਆ ਤਾਂ ਸਥਾਨ ਹੀ ਹੈ, ਪਰ ਸਥੂਲ ਨਹੀਂ, ਸਗੋਂ ਇਹ ਸੂਖਮ ਜੋ ਸਥਾਨ ਮੰਨੇ ਹਨ। ਤੇ ਲੇਕਿਨ ਬਹੁਤ ਸਾਰੇ ਵਿਦਵਾਨ ਹਨ ਜਿਹੜੇ ਇਹਨਾਂ ਨੂੰ ਅਵਸਥਾ ਮੰਨਦੇ ਹਨ, ਪੜਾਅ ਮੰਨਦੇ ਹਨ। ਕਈਆਂ ਨੇ ਇਹਨਾਂ ਨੂੰ ਪੌੜੀ ਦੇ ਡੰਡੇ ਵੀ ਕਹਿ ਦਿੱਤਾ, ਦਰਜੇ ਕਹਿ ਦਿੱਤਾ। ਇਹ ਸਾਰੇ ਲਫ਼ਜ਼ ਜਿਹੜੇ ਹਨ ਮੁੱਖ ਤੌਰ ਦੇ ਉੱਤੇ ਇਸ ਭਾਵਨਾ ਨੂੰ ਦਰਸਾਉਂਦੇ ਹਨ ਕਿ ਇਹ ਮਨੁੱਖੀ ਆਤਮਾ ਦੀ ਧਰਮ ਦੇ ਰਸਤੇ ਦੇ ਉੱਤੇ ਤੁਰਦੇ ਹੋਏ ਜਿਹੜੀਆਂ ਅਵਸਥਾਵਾਂ ਆਉਂਦੀਆਂ ਹਨ, ਦਰਜੇ ਆਉਂਦੇ ਹਨ, ਇਹ ਉਹਨਾਂ ਦੇ ਨਾਲ ਸੰਬੰਧਿਤ ਹਨ। ਇਹ ਵਿਚਾਰ ਜਿਹੜਾ ਹੈ ਇਹ ਆਮ ਤੌਰ ਤੇ ਪ੍ਰਵਾਨਿਤ ਬਹੁਤ ਗਿਣਤੀ ਦੇ ਵਿੱਚ ਵਿਦਵਾਨ ਕਰਦੇ ਹਨ ਅੱਜ ਕੱਲ੍ਹ। ਅਸੀਂ ਵੀ ਇਸੇ ਵਿਚਾਰ ਨੂੰ ਹੀ ਲੈ ਕੇ ਅੱਗੇ ਤੁਰ ਰਹੇ ਹਾਂ। ਕੁਝ ਹੋਰ ਲੋਕਾਂ ਨੇ ਇਹਨੂੰ ਸੂਫੀਆਂ ਦੇ ਜੋ ਆਲਮ ਮੰਨੇ ਗਏ ਹਨ, ਜਿਹੜੇ ਉਹਨਾਂ ਦੀਆਂ ਅਵਸਥਾਵਾਂ ਹਨ, ਜਿਹਦੇ ਵਿੱਚ ਸੂਫੀ ਕਹਿੰਦੇ ਹਨ ਕਿ ਆਤਮਿਕ ਤਰੱਕੀ ਹੁੰਦੀ ਹੈ, ਉਹਨਾਂ ਨਾਲ ਵੀ ਸੰਬੰਧਿਤ ਕਰਦੇ ਹਨ। ਕੁਝ ਹੋਰ ਯੋਗ ਵਿਸ਼ਿਸ਼ਟ ਨਾਲ ਯੋਗ ਮਤ ਦੇ ਪ੍ਰਭਾਵ ਥੱਲੇ ਵੀ ਕਰਦੇ ਹਨ। ਪਰ ਅਸੀਂ ਇਹਨੂੰ ਮਨੁੱਖੀ ਆਤਮਿਕ ਤਰੱਕੀ, ਸਾਡਾ ਆਤਮਿਕ ਵਿਕਾਸ ਜੋ ਹੋਣਾ ਹੈ ਧਰਮ ਦੇ ਰਸਤੇ ਉੱਤੇ ਚੱਲ ਕੇ, ਗੁਰੂ ਨਾਨਕ ਦੀ ਸਿੱਖਿਆ ਦੇ ਉੱਤੇ ਚੱਲ ਕੇ, ਅਸੀਂ ਇਹ ਸੰਬੰਧ ਜਿਹੜਾ ਹੈ ਉਹਦੇ ਨਾਲ ਹੀ ਮੰਨ ਕੇ ਇਹ ਸਾਰੇ ਵਿਚਾਰ ਅਸੀਂ ਕਰ ਰਹੇ ਹਾਂ। ਪਰ ਨਾਲ ਹੀ ਅਸੀਂ ਇੱਕ ਹੋਰ ਜੋ ਗੱਲ ਦਾ ਧਿਆਨ ਰੱਖਣਾ ਹੈ, ਕਿਉਂਕਿ ਇਹ ਸਾਰੇ ਅੰਦਾਜ਼ੇ ਜੋ ਵਿਦਵਾਨਾਂ ਦੇ ਲਗਾਏ ਗਏ ਨੇ, ਇਹ ਉਹਨਾਂ ਦੀ ਇੰਟਰਪ੍ਰੀਟੇਸ਼ਨ ਹੈ, ਆਪੋ ਆਪਣੇ ਢੰਗ ਨਾਲ ਉਹਨਾਂ ਨੇ ਕੀਤੀ ਹੈ। ਤੋ ਇਹਦੇ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਇਹਨੂੰ ਸਿਲਸਿਲੇਵਾਰ ਮੰਨਿਆ ਹੈ ਕਿ ਪਹਿਲਾਂ ਇਹ ਖੰਡ ਆਉਂਦਾ ਹੈ, ਦੂਜਾ ਇਹ ਖੰਡ ਆਉਂਦਾ ਹੈ। ਭਾਵ ਜਿਸ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਇਹ ਵਿਚਾਰ ਕੀਤੀ ਹੈ, ਉਹਨੂੰ ਇੱਕ ਸੀਰੀਅਲ ਸਟੇਜ ਦੇ ਵਿੱਚ ਪੈ ਕੇ ਜਿਸ ਤਰ੍ਹਾਂ ਦੀ ਇਹ ਉਸੇ ਤਰ੍ਹਾਂ ਹੀ ਇਹ ਇਨਸਾਨੀ ਰੂਹ ਦੀ ਪ੍ਰੋਗਰੈਸ ਹੁੰਦੀ ਹੈ, ਇਸ ਰਸਤੇ ਦੇ ਉੱਤੇ ਚੱਲਿਆ ਜਾਂਦਾ। ਕੁਝ ਵਿਦਵਾਨਾਂ ਦਾ ਇਹ ਵੀ ਵਿਚਾਰ ਹੈ ਕਿ ਇਹ ਅਵਸਥਾਵਾਂ ਸੀਰੀਅਲ ਨਹੀਂ ਹਨ, ਬਲਕਿ ਇਹ ਜਿਹੜੀਆਂ ਅਵਸਥਾਵਾਂ ਹਨ ਇਹ ਪੱਖ ਹਨ ਆਤਮਿਕ ਤਰੱਕੀ ਦੇ ਉੱਤੇ। ਤੋ ਅਸੀਂ ਇਸ ਬੰਧਨ ਦੇ ਵਿੱਚ ਨਹੀਂ ਪਾਵਾਂਗੇ ਕਿ ਸੀਰੀਅਲ ਹੈ ਜਾਂ ਇਹ ਪੈਰਲਲ ਚੱਲਣ ਵਾਲੀਆਂ ਅਵਸਥਾਵਾਂ ਜਾਂ ਪੱਖ ਹਨ, ਕਿਉਂਕਿ ਇਹ ਸਾਰਾ ਇੰਟੈਲੈਕਚੁਅਲ ਲੈਵਲ ਦਾ ਹੈ। ਤੇ ਅਸੀਂ ਇੰਟੈਲੈਕਚੁਅਲ ਲੈਵਲ ਨੂੰ ਛੱਡ ਕੇ ਅਸੀਂ ਇਹ ਸਮਝਦੇ ਹਾਂ ਕਿ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੋ ਇਹਨਾਂ 5 ਖੰਡਾਂ ਦੀ ਜੋ ਬਿਆਨ ਕਰ ਰਹੇ ਹਨ, ਸਾਨੂੰ ਉਹਦੇ ਉੱਤੇ ਤੁਰਨ ਦੀ ਪ੍ਰੇਰਨਾ ਕਰ ਰਹੇ ਹਨ, ਇਹ ਇੰਟੈਲੈਕਚੁਅਲ ਅਵਸਥਾਵਾਂ ਨਾਲੋਂ ਜ਼ਿਆਦਾ ਇਹ ਐਕਸਪੀਰੀਐਂਸ਼ੀਅਲ ਭਾਵ ਅਨੁਭਵ ਕਰਨ ਵਾਲੀਆਂ ਜਿਹੜੀਆਂ ਨੇ ਉਹ ਅਵਸਥਾਵਾਂ ਹਨ। ਇਹ ਸੀਰੀਅਲ ਹਨ ਜਾਂ ਪੈਰਲਲ ਹਨ, ਆਪਾਂ ਇਸ ਬਹਿਸ ਦੇ ਵਿੱਚ ਨਹੀਂ ਪਵਾਂਗੇ। ਸਗੋਂ ਅਸੀਂ ਇਹਨਾਂ ਅਵਸਥਾਵਾਂ ਦੇ ਵਿੱਚ ਸਤਿਗੁਰਾਂ ਨੇ ਜੋ ਸਾਨੂੰ ਸਮਝਾਇਆ ਹੈ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਅਸੀਂ ਇਹ ਗੱਲ ਆਪ ਸਾਰੇ ਗੁਣੀ ਜਨਾਂ ਦੇ ਅਨੁਭਵ ਉੱਤੇ ਛੱਡ ਦਿੰਦੇ ਹਾਂ, ਕਿਉਂਕਿ ਇਹ ਗੱਲਾਂ ਅਨੁਭਵ ਨਾਲ ਹੀ ਜਿਹੜੀਆਂ ਨੇ ਇਹ ਮਤਲਬ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ, ਇਹਨਾਂ ਨੂੰ ਮੰਨਿਆ ਜਾ ਸਕਦਾ ਹੈ। ਵੈਸੇ ਵੀ ਹੁਣ ਤੱਕ ਅਸੀਂ ਗੁਰੂ ਨਾਨਕ ਸਾਹਿਬ ਦੇ ਜੋ ਉਪਦੇਸ਼ ਹੁਣ ਤੱਕ ਆਪਾਂ ਪੜ੍ਹੇ ਹਨ, ਸੁਣੇ ਹਨ, ਸਮਝੇ ਹਨ, ਉਹਨਾਂ ਦੇ ਵਿੱਚ ਗੁਰੂ ਸਾਹਿਬ ਨੇ ਬਾਰ-ਬਾਰ ਇੱਕ ਕਨਸੈਪਟ ਨੂੰ ਸਮਝਾ ਕੇ ਫਿਰ ਵਾਪਸ ਉਸ ਥਾਂ ਤੇ ਪਹੁੰਚ ਕੇ ਬਾਰ-ਬਾਰ ਗੁਰੂ ਸਾਹਿਬ ਨੇ ਇਹ ਗੱਲ ਸਮਝਾਈ ਹੈ ਕਿ ਆਤਮਿਕ ਤਰੱਕੀ ਦਾ ਜੋ ਰਸਤਾ ਹੈ ਇਹ ਅੰਤ ਪਾਉਣ ਦਾ ਰਸਤਾ ਨਹੀਂ ਹੈ, ਇਹ ਆਪਣੀ ਆਤਮਿਕ ਤਰੱਕੀ ਦੇ ਯਤਨ ਕਰਨ ਦਾ ਰਸਤਾ ਹੈ। ਸੋ ਅਸੀਂ ਬਜਾਏ ਇਹਨਾਂ ਬਹਿਸਾਂ ਦੇ ਵਿੱਚ ਪੈ ਕੇ ਇਹ ਫੈਸਲਾ ਕਰਨ ਦੇ ਕਿ ਕੌਣ ਵਿਦਵਾਨ ਠੀਕ ਹੈ, ਕੌਣ ਗਲਤ ਹੈ, ਕਿਉਂਕਿ ਅਸੀਂ ਇਸ ਯੋਗ ਵੀ ਨਹੀਂ ਹਾਂ ਅਤੇ ਨਾ ਹੀ ਸਾਨੂੰ ਇਹਨਾਂ ਦੇ ਵਿੱਚੋਂ ਪੈਣਾ ਚਾਹੀਦਾ ਹੈ। ਅਸੀਂ ਸਿਰਫ ਇਹਨਾਂ ਨੂੰ ਸਮਝਣ ਦਾ ਇੱਕ ਯਤਨ ਛੋਟਾ ਜਿਹਾ ਕਰ ਰਹੇ ਹਾਂ ਤਾਂ ਕਿ ਅਸੀਂ ਇਹਨਾਂ ਦੇ ਉੱਤੇ ਚੱਲਣ ਦਾ ਇੱਕ ਜੋ ਸੁਹਿਰਦ ਯਤਨ ਕਰਨ ਦੇ ਕਾਬਲ ਬਣ ਸਕੀਏ। ਬਸ ਇਤਨਾ ਹੀ ਸਾਡਾ ਮਨੋਰਥ ਹੈ। ਤੋ ਇਹ ਜੋ ਪੌੜੀ ਸਤਿਗੁਰੂ ਜੀ ਨੇ ਫਰਮਾਈ ਹੈ, ਜਾਰੀ ਹੈ, ਜਿਹੜਾ ਆਪਾਂ ਪਾਠ ਕੀਤਾ ਹੈ,
ਇਹਦੇ ਵਿੱਚ ਕਿਸੇ ਖੰਡ ਦਾ ਜ਼ਿਕਰ ਨਹੀਂ ਹੈ। ਪਰ ਜੇ ਇਸ ਤੋਂ ਅਗਲੀ ਪੌੜੀ ਦੀ ਪਹਿਲੀ ਪੰਕਤੀ ਨੂੰ ਸਾਹਮਣੇ ਰੱਖ ਲਈਏ ਤਾਂ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈ ਕਿ ਇਹ ਸਭ ਕੁਝ ਜੋ ਉੱਪਰ ਮੈਂ ਬਿਆਨ ਕੀਤਾ ਹੈ ਇਹ ਧਰਮ ਖੰਡ ਦੇ ਬਾਰੇ। ਤਾਂ ਇਹ ਪੌੜੀ ਧਰਮ ਖੰਡ ਦੀ ਅਵਸਥਾ ਨੂੰ ਬਿਆਨ ਕਰਦੀ ਹੈ। ਤਾਂ ਇਹਦੇ ਵਿੱਚ ਜੋ ਸਾਨੂੰ ਵਿਚਾਰ ਆਪਾਂ ਕਰ ਚੁੱਕੇ ਹਾਂ, ਜੋ ਸੰਖੇਪ ਵਿੱਚ ਹੀ ਆਪਾਂ ਇਹਦੇ ਬਾਰੇ ਗੱਲ ਕਰੀਏ ਕਿ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਜੋ ਜਗਤ ਹੈ, ਧਰਤੀ ਹੈ, ਇਹ ਧਰਮਸ਼ਾਲ ਹੈ। ਇਹ ਅਕਾਲ ਪੁਰਖ ਨੇ ਪੂਰਾ ਸਿਸਟਮ ਬਣਾ ਕੇ ਰਾਤੀ ਰੁੱਤੀ ਫਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। तो ये जो धरती थाप के रखी है अकाल पुरख ने, ये धर्म कमाउण दी जगह। धर्म का अर्थ है जो साडी ड्यूटी है, फर्ज है, जिहड़े काम सानू करन लई करने बनदे हन, वो काम करन दी, वो कर्म कमाउण दी जगह है। जिस नियम दे विच सानू अपना जीवन जीवना है, क्योंकि धर्म का अर्थ रस्ता भी हुंदा है, नियम भी हुंदा है कि जो नियमां दे विच भाव जो अकाल पुरख के हुक्म अनुसार असीं जीवन जीवना है, वो जीवन जीवन की ये जगह है। भाव ये धर्मशाल है, धर्म कमाउण की जगह। सतगुरु कहते हैं कि इत्थे जो धर्म कमाउणा है, अनेकां तरह के जीव जंत आपो अपने ढंग दे नाल, जिन्हां दे अनेकां नाम हैं और गिनती भी अनेकां है, वो सारे जो कुछ भी इत्थे कर्म कमा रहे हैं। भाव मनुख जाति चाहे किसी भी ढंग दे नाल जीवन जी रही है, इस धरती के किसी भी खिते दे विच जीवन जी रही है, किस नियम के अधीन जीवन जी रही है, उन्हां सारियां दी इक्को ही विचार होनी है, करमी करमी होए विचार कि इत्थे कर्म की कमाएगा। परख जिहड़ी है, विचार जिहड़ी है, वो कर्मां दे उत्ते होनी है। मतलब कोई ये समझ लवे कि मैं फलाने पैगंबर दे नाल अपना नाम जुड़िया होया है, मैं उनका पैरोकार हाँ, तो वो मैनू बचा लेगा, क्योंकि ये भी विचार असीं साडे सामने आंदा है बार बार। दूजे धर्मां विच ये गल कही जाती है, पर सतगुरु इत्थे इहो जिहा कोई भरोसा नहीं दे रहे। सतगुरु कह रहे हैं कि विचार केवल ते केवल कर्मां दे नाल होने हैं। जैसे कर्म कीते गए हैं, परख दे विच उसे तरह का ही सानू करदानिया जाए। और जिहड़ी परख भी होनी है, वो परख ये नहीं कि परख दे विच कोई ऊणताई होए, ना परख दे विच ऊणताई होएगी। अगे भी सतगुरां ने सानू समझाया है कि उहदा तोल भी पूरा है अकाल पुरख दा, उहदी तकड़ी भी पूरी है, वट्टे भी पूरे हैं, ते वो आप भी पूरा है। इत्थे भी सतगुरु उस गल नूं कह रहे हैं कि सच्चा आप सच्चा दरबार। कर्मां दी विचार होनी है, कित्थे होनी है? जिथे वो अकाल पुरख है, सच्चा आप सदा स्थिर रहने वाला, वो अकाल पुरख जिथे बैठ के वो परख करता, उस जगह नूं दरबार कहा जाता। दरबार का अर्थ ये हुंदा है कि जिथे किसी महान व्यक्ति दे, किसी राजे दे, किसी शक्ति दे, ताकतवर मनुख दे जिथे बैठ के दर्शन किए जाते हैं, तो जिथे बैठ के वो परख करता है, अपना फैसला देता है, उसमें दरबार कहते हैं। दुनियावी तौर के उत्ते राजियां दे दरबार या होर जो राजियां दे हुण सब्सटीट्यूट हैं, उन्होंने दे दरबार लगे असीं वेख सकते हैं। पर इत्थे सतगुरु कह रहे हैं कि सच्चा आप सच्चा दरबार। तो ओदी जो परख है, वो परख सच्ची है, उहदे विच कोई ऊणताई नहीं है, उहदा दरबार भी सच्चा है। सच्चा का दूजा अर्थ हुंदा है सदा स्थिर रहण वाला। वो अकाल पुरख सच्चा है, भाव वो सदा स्थिर रहण वाला प्रभु है, ते उहदा दरबार भी सदा स्थिर है, वो सदा ही लगा होया है। ये नहीं कि साडे वास्ते दरबार उदों लगना है जदों असीं इस संसार नूं छड्ड के अगे किते चले जाना। ये दरबार ते हमेशा ही लगा होया है, क्योंकि वो अकाल पुरख हमेशा मौजूद है। विचार उससे नहीं करनी है, खुद करनी है, ना कि उहदे किसी एजेंट ने, ना ही उन्होंने इहदे च किसी की मदद की लोड़ है, ना किसी क्लर्क की हिसाब किताब लाने वाले की लोड़ है। ये अकाल पुरख ने ये विचार करनी है।
ਤੇ ਅੱਗੇ ਜਾ ਕੇ ਸਤਿਗੁਰੂ ਕਹਿੰਦੇ ਹਨ ਕਿ ਨਦਰੀ ਕਰਮ ਪਵੈ ਨੀਸਾ। ਉਸ ਦੇ ਦਰਬਾਰ ਵਿੱਚ ਜਦੋਂ ਵਿਚਾਰ ਹੋਣੀ ਹੈ, ਵਿਚਾਰ ਹੋਣ ਤੋਂ ਬਾਅਦ ਨਿਸ਼ਾਨ ਪੈਣਾ ਹੈ, ਭਾਵ ਅਸੀਂ ਕਬੂਲ ਹੋਣਾ ਹੈ, ਪਰਵਾਨੇ ਜਾਣਾ ਹੈ, ਜਾਂ ਅਸੀਂ ਆਲੇ ਦੁਆਲੇ ਸੁੱਟੇ ਜਾਣਾ ਹੈ ਕਿ ਨਹੀਂ ਹਲੇ ਨਹੀਂ, ਗੱਲ ਨਹੀਂ ਬਣੀ ਤੁਹਾਡੀ। ਤਾਂ ਇਹ ਜੋ ਨਿਸ਼ਾਨ ਪੈਣਾ ਹੈ, ਇਹ ਕਰਮਾਂ ਦੇ ਆਧਾਰ ਉੱਤੇ ਉਸ ਨਦਰੀ ਅਕਾਲ ਪੁਰਖ ਦੀ ਮਿਹਰ ਦੇ ਨਾਲ ਹੀ ਪੈਣਾ, ਕਿਉਂਕਿ ਵਿਚਾਰ ਉਹਨੇ ਕਰਨੀ ਹੈ। ਸਾਨੂੰ ਤਾਂ ਨਾ ਪਤਾ ਹੈ ਕਿ ਅਸੀਂ ਕਿਹੜੇ ਵੱਟਿਆਂ ਨਾਲ ਤੋਲੇ ਜਾਣਾ ਹੈ, ਨਾ ਸਾਨੂੰ ਇਹ ਪਤਾ ਹੈ ਅਸੀਂ ਕਿਹੜੀ ਕਸਵੱਟੀ ਉੱਤੇ ਸਾਨੂੰ ਘਿਸਾ ਕੇ ਦੇਖਿਆ ਜਾਣਾ ਹੈ। ਇਹ ਕੇਵਲ ਉਸ ਅਕਾਲ ਪੁਰਖ ਦਾ ਹੀ ਹੁਕਮ ਹੈ, ਉਹਦਾ ਕਰਮ ਹੈ, ਉਹਦੀ ਮਿਹਰ ਹੈ, ਉਹਦੀ ਨਜ਼ਰ ਹੈ, ਜਿਸ ਦੇ ਨਾਲ ਅਸੀਂ ਪਰਵਾਨੇ ਜਾ ਸਕਦੇ ਹਾਂ। ਤੋ ਕਰਮੀ ਜਿਹੜੀ ਵਿਚਾਰ ਹੋ ਰਹੀ ਹੈ, ਉਹਦਾ ਇੱਕੋ ਹੀ ਮਨੋਰਥ ਸਾਡੇ ਲਈ ਰਹਿ ਜਾਂਦਾ ਹੈ ਕਿ ਕੀ ਅਸੀਂ ਉਹ ਕਰਮ ਕਰ ਰਹੇ ਹਾਂ ਜਿਹਦੇ ਨਾਲ ਅਸੀਂ ਉਹਦੇ ਦਰ ਦੇ ਉੱਤੇ ਕਬੂਲ ਹੋ ਸਕੀਏ, ਉਹਦੀ ਮਿਹਰ ਦੇ ਪਾਤਰ ਬਣ ਸਕੀਏ। ਤੇ ਜਿਹੜੇ ਮਿਹਰ ਦੇ ਪਾਤਰ ਬਣ ਜਾਂਦੇ ਹਨ, ਜਿਨ੍ਹਾਂ ਦੇ ਉੱਤੇ ਮਿਹਰ ਦੀ ਨਿਸ਼ਾਨ ਮੋਹਰ ਲੱਗ ਜਾਂਦੀ ਹੈ, ਸਤਿਗੁਰੂ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਤਿੱਥੈ ਸੋਹਣ ਪੰਚ ਪਰਵਾਨ। ਪੰਚ ਪਰਵਾਨ ਦਾ ਅਰਥ ਹੈ ਕਿ ਖੁੱਲੇ ਤੌਰ ਤੇ, ਪ੍ਰਗਟ ਤੌਰ ਦੇ ਉੱਤੇ ਜਿਹੜੇ ਪੰਚ ਜਨ ਉਹ ਉੱਥੇ ਸ਼ੋਭਾ ਪਾਉਂਦੇ ਹਨ। ਪੰਚਾਂ ਦੇ ਬਾਰੇ ਸਾਨੂੰ ਸਤਿਗੁਰੂ ਜੀ 16ਵੀਂ ਪੌੜੀ ਦੇ ਵਿੱਚ ਬੜੇ ਵਿਸਥਾਰ ਨਾਲ ਵਿਆਖਿਆ ਕਰਕੇ ਦੱਸ ਚੁੱਕੇ ਹਨ ਕਿ ਪੰਚ ਕੌਣ ਹੁੰਦੇ ਹਨ। ਜਿਹੜੇ ਉਸ ਅਕਾਲ ਪੁਰਖ ਦੇ ਹੁਕਮ ਤੇ ਤੁਰਨ ਵਾਲੇ, ਉਹਦੇ ਨਾਮ ਦੇ ਨਾਲ ਜੁੜਨ ਵਾਲੇ, ਸੁਣਿਆ ਤੇ ਮੰਨਿਆ ਦੀ ਅਵਸਥਾ ਦੇ ਉੱਤੇ ਤੁਰ ਕੇ ਉਹ ਜਦੋਂ ਤੁਰ ਪੈਂਦੇ ਹਨ, ਲੰਘ ਪੈਂਦੇ ਹਨ ਤੇ ਪ੍ਰਵਾਨ ਹੋ ਜਾਂਦੇ ਹਨ। ਉਸ ਪੰਚ ਦਾ ਪਦਵੀ ਉਹਨਾਂ ਨੂੰ ਸਤਿਗੁਰਾਂ ਨੇ ਦਿੱਤੀ ਹੈ। ਪੰਚ ਦਾ ਅਰਥ ਹੀ ਇਹ ਹੁੰਦਾ ਹੈ ਕਿ ਜਿਹੜੇ ਮੁਖੀ ਹੋਣ, ਜਿਨ੍ਹਾਂ ਨੇ ਇਹੋ ਜਿਹੀ ਕਮਾਈ ਕੀਤੀ ਹੋਵੇ, ਜਿਨ੍ਹਾਂ ਵਿੱਚ ਇਹੋ ਜਿਹੀ ਕਾਬਲੀਅਤ ਹੋਵੇ ਕਿ ਉਹ ਸਭ ਦੇ ਮੁਖੀ ਗਿਣੇ ਜਾਣ, ਪੰਚ ਗਿਣੇ ਜਾਣ। ਗੁਰਮਤਿ ਦੇ ਵਿੱਚ ਪੰਚ ਦੇ ਅਰਥ ਅਸੀਂ ਸੰਤ ਕਰਦੇ ਹਾਂ, ਭਾਵ ਜੋ ਉੱਚੀ ਪਦਵੀ ਨੂੰ ਪ੍ਰਾਪਤ ਹੋ ਚੁੱਕੇ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜਿਸ ਵਿਅਕਤੀ ਦੇ ਉੱਤੇ ਨਿਸ਼ਾਨ ਪੈਂਦਾ ਹੈ, ਭਾਵ ਕਬੂਲ ਹੁੰਦਾ ਹੈ, ਉਹ ਵਿਅਕਤੀ ਹੀ ਐਸੇ ਜੋ ਮਿਹਰ ਪ੍ਰਾਪਤ ਕਰ ਚੁੱਕੇ ਵਿਅਕਤੀ ਹਨ, ਉਹੀ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਸ਼ੋਭਾ ਪਾਉਂਦੇ ਹਨ। ਤਿੱਥੈ ਸੋਹਣ ਪੰਚ ਪਰਵਾਨ। ਤੇ ਸਤਿਗੁਰੂ ਅੱਗੇ ਇਸ ਚੀਜ਼ ਨੂੰ ਸਪਸ਼ਟ ਕਰਦੇ ਹਨ ਕਿ ਮਤਾ ਅਸੀਂ ਇੱਥੇ ਬੈਠ ਕੇ ਹਿਸਾਬ ਲਾਈ ਚੱਲੀਏ ਕਿ ਇਹ ਕਰਨ ਦਾ ਮੈਨੂੰ ਇਹ ਫਲ ਮਿਲੇਗਾ, ਜਿਵੇਂ ਕਿ ਹੋਰ ਮਤਾਂ ਦੇ ਵਿੱਚ ਵੀ ਹੈ, ਔਰ ਅਸੀਂ ਵੀ ਅੱਜ ਕੱਲ੍ਹ ਮੰਨੀ ਬੈਠੇ ਹਾਂ ਕਿ ਇਹ ਇਸ਼ਨਾਨ ਕਰਾਂਗੇ ਤੇ ਇਸ ਦਾ ਇਹ ਫਲ ਮਿਲੇਗਾ। ਇਸ ਦਿਨ ਨੂੰ, ਖਾਸ ਦਿਨ ਨੂੰ, ਜਦੋਂ ਚੰਦਰਮਾ ਇਹੋ ਜਿਹਾ ਹੋਵੇ ਤੇ ਅਸੀਂ ਫਲਾਣੇ ਥਾਂ ਦੇ ਉੱਤੇ ਜਾ ਕੇ ਦਰਸ਼ਨ ਕਰਾਂਗੇ, ਉੱਥੇ ਇਸ਼ਨਾਨ ਕਰਾਂਗੇ, ਸਾਨੂੰ ਇਹ ਫਲ ਮਿਲੇਗਾ। ਸਤਿਗੁਰੂ ਕਹਿੰਦੇ ਨੇ ਕਿ ਨਹੀਂ, ਇਹ ਉੱਥੇ ਹੀ ਪਤਾ ਲੱਗਣਾ ਜਾ ਕੇ ਕਿ ਕਿਹੜੇ ਕਰਮਾਂ ਦੀ ਸਾਨੂੰ ਪ੍ਰਾਪਤੀ ਹੋਣੀ ਹੈ, ਕਿ ਕਿਹੜੇ ਕਰਮ ਸਾਡੇ ਚੰਗੇ ਗਿਣੇ ਜਾਣੇ ਹਨ, ਕਿਹੜੇ ਕਰਮ ਮਾੜੇ ਗਿਣੇ ਜਾਣੇ ਹਨ। ਅਸੀਂ ਇਹੋ ਜਿਹੇ ਕਰਮ ਕਰਕੇ ਕੱਚੇ ਰਹਿ ਗਏ ਹਾਂ ਕਿ ਪੱਕੇ ਹੋਏ ਹਾਂ। ਇਹ ਉਪਮਾ ਹੈ ਕਿ ਜਦੋਂ ਭਾਂਡਾ ਇੱਕ ਘੁਮਿਆਰ ਬਣਾਉਂਦਾ ਹੈ, ਭੱਠੀ ਵਿੱਚ ਪਾਉਂਦਾ ਹੈ, ਤੇ ਉਹਨਾਂ ਵਿੱਚੋਂ ਪੱਕ ਜਾਂਦੇ ਹਨ, ਪਰ ਕਈ ਕੱਚੇ ਵੀ ਰਹਿ ਜਾਂਦੇ ਹਨ। ਤੇ ਕੱਚਾ ਕੌਣ ਹੈ, ਪੱਕਾ ਕੌਣ ਹੈ? ਤੇ ਸਤਿਗੁਰੂ ਕਹਿੰਦੇ ਹਨ ਕਿ ਕੱਚ ਪਕਾਈ ਉੱਥੇ ਪਰ। ਇਹ ਤਾਂ ਜਦੋਂ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਪਰਖ ਹੋਣੀ ਹੈ, ਉਦੋਂ ਹੀ ਪਤਾ ਲੱਗਣਾ ਹੈ ਕਿ ਕੌਣ ਕੱਚਾ ਹੈ ਤੇ ਕੌਣ ਪੱਕਾ ਹੈ। ਔਰ ਇਹ ਪਤਾ ਵੀ ਉਦੋਂ ਹੀ ਲੱਗਣਾ, ਨਾਨਕ ਗਿਆ ਜਾਪਿਆ ਜਾਏ। ਇਹ ਅਸੀਂ ਆਪਣੇ ਅੰਦਾਜ਼ੇ ਇੱਥੇ ਬੈਠ ਕੇ ਨਹੀਂ ਲਗਾ ਸਕਦੇ ਕਿ ਇਹ ਕਰਮ ਕਰ ਲਿਆ ਤੇ ਮੈਂ ਮੁਕਤ ਹੋ ਗਿਆ, ਇਹ ਕਰਮ ਕਰ ਲਿਆ ਤੇ ਮੈਂ ਪਵਿੱਤਰ ਹੋ ਗਿਆ, ਇਹ ਕਰਮ ਕਰ ਲਿਆ ਤੇ ਮੇਰੇ ਪਾਪ ਧੋਤੇ ਗਏ। ਨਹੀਂ, ਸਤਿਗੁਰੂ ਕਹਿੰਦੇ ਹਨ ਕਿ ਉਸ ਸੱਚੇ ਦਰਬਾਰ ਦੇ ਵਿੱਚ ਇਹ ਪਰਖ ਹੋਣੀ ਹੈ, ਸੱਚਾ ਆਪ, ਸੱਚਾ ਦਰਬਾਰ। ਔਰ ਉੱਥੇ ਬੈਠ ਕੇ ਕਰਮੀ ਹੋਏ ਵਿਚਾਰ, ਜਿਹੜੇ ਅਸੀਂ ਕਰਮ ਕੀਤੇ ਹਨ ਇਸ ਜਗਤ ਦੇ ਅੰਦਰ, ਉਹਨਾਂ ਦੇ ਉੱਤੇ ਵਿਚਾਰ ਹੋਣੀ ਹੈ। ਤੇ ਉਹਦੇ ਆਧਾਰ ਉੱਤੇ ਹੀ ਸਾਨੂੰ ਇਹ ਪਤਾ ਲੱਗਣਾ ਹੈ ਕਿ ਅਸੀਂ ਕਬੂਲ ਹੋਏ ਹਾਂ ਜਾਂ ਨਹੀਂ। ਤੋ ਇਹ ਜੋ ਸਾਰੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਜੋ ਅਵਸਥਾ ਡਿਸਕ੍ਰਾਈਬ ਕੀਤੀ ਹੈ, ਉਹ ਅਵਸਥਾ ਨੂੰ ਅਸੀਂ ਇਉਂ ਸਮਝੀਏ ਕਿ ਧਰਮ ਦਾ ਅਰਥ ਹੈ ਨਿਯਮ, ਹੁਕਮ ਤੇ ਜਿਹੜੇ ਸਾਡੇ ਫਰਜ਼ ਹਨ। ਹੁਕਮ ਤੇ ਰਜ਼ਾ ਦਾ ਰਾਹ ਹੀ ਜਿਹੜਾ ਹੈ, ਸਤਿਗੁਰੂ ਇੱਥੇ ਸਮਝਾ ਰਹੇ ਹਨ ਕਿ ਉਹ ਉਸ ਦੀ
ਨਦਰੀ ਦੀ ਕਰਮ ਮਿਹਰ ਪ੍ਰਾਪਤ ਕਰਨ ਦਾ ਰਸਤਾ। तो ਪਹਿਲੇ ਤਾਂ ਗੱਲ ਸਾਨੂੰ ਇਹ ਸਮਝਣ ਵਾਲੀ ਹੈ ਕਿ ਜਦੋਂ ਤੱਕ ਅਸੀਂ ਉਹਦੀ ਮਿਹਰ ਦੇ ਪਾਤਰ ਨਹੀਂ ਬਣਦੇ, ਉਦੋਂ ਤੱਕ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਤਾਂ ਮਿਹਰ ਦੇ ਪਾਤਰ ਬਣਨਾ ਹੀ ਸਾਡਾ ਮਕਸਦ ਹੈ। ਤੇ ਮਿਹਰ ਦੇ ਪਾਤਰ ਬਣਨ ਲਈ ਸਾਨੂੰ ਇਸ ਧਰਮਸ਼ਾਲ ਦੇ ਉੱਤੇ, ਧਰਤੀ ਦੇ ਉੱਤੇ ਧਰਮ ਕਮਾਉਣਾ ਪਏਗਾ। ਇਹ ਧਰਤੀ ਧਰਮ ਕਮਾਉਣ ਦੀ ਥਾਂ ਹੈ। ਉਹਦਾ ਨਿਆਂ ਸਦਾ ਹੋ ਰਿਹਾ ਹੈ, ਇਹਦੇ 'ਚ ਕੋਈ ਉਕਾਈ ਨਹੀਂ। ਮੈਂ ਕਿਸੇ ਸ਼ਾਰਟਕਟ ਦੇ ਨਾਲ ਇਹਦੇ ਤੋਂ ਬਚ ਨਹੀਂ ਸਕਦਾ। ਤੇ ਇਹ ਨਿਆਂ ਇੱਥੇ ਹੀ ਹੋ ਰਿਹਾ ਹੈ, ਨਾਲੋਂ ਨਾਲ ਹੀ ਹੋ ਰਿਹਾ ਹੈ। ਇਸ ਨਿਆਂ ਦੇ ਵਿੱਚ ਸਾਨੂੰ ਪਰਖੇ ਜਾ ਕੇ ਹੀ ਸਾਨੂੰ ਜੋ ਪ੍ਰਾਪਤੀ ਹੋਣੀ ਹੈ ਉਹ ਹੋਣੀ ਹੈ। ਇਹ ਸਾਰੀ ਸਮਝ ਜੋ ਹੈ ਜਦੋਂ ਸਾਡੇ ਅੰਦਰ ਘਰ ਕਰ ਜਾਂਦੀ ਹੈ, ਸਾਡੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ, ਇਹ ਧਰਮਖੰਡ ਭਾਵ ਧਰਮ ਦੀ ਅਵਸਥਾ ਬਣ ਜਾਂਦੀ ਹੈ। ਹੁਣ ਇੱਥੇ ਸਤਿਗੁਰਾਂ ਨੇ ਇੱਕ ਦੋ ਚੀਜ਼ਾਂ ਜਿਹੜੀਆਂ ਸਾਨੂੰ ਹੋਰ ਥੋੜਾ ਜਿਹਾ ਟੂਕ ਮਾਤਰ ਵਿਚਾਰ ਆਪਾਂ ਕਰ ਲਈਏ। ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਮਤ ਦੇ ਵਿੱਚ, ਗੁਰਮਤ ਦੇ ਵਿੱਚ ਧਰਤੀ, ਇਹ ਜਗਤ ਜੋ ਹੈ ਜਿੱਥੇ ਅਸੀਂ ਜੀਵਨ ਆਪਣਾ ਜੀ ਰਹੇ ਹਾਂ, ਇਹਨੂੰ ਧਰਮਸ਼ਾਲ ਕਿਹਾ ਹੈ। ਇਹ ਨਾ ਦੁੱਖਾਂ ਦਾ ਘਰ ਹੈ, ਨਾ ਪਾਪਾਂ ਦਾ ਘਰ ਹੈ। ਇਹ ਧਰਮ ਕਮਾਉਣ ਦੀ ਜਗ੍ਹਾ ਹੈ। ਤੇ ਇੱਥੇ ਅਸੀਂ ਧਰਮ ਕਮਾਉਣਾ ਹੈ ਤੇ ਧਰਮ ਕਮਾ ਕੇ ਮਿਹਰ ਪ੍ਰਾਪਤ ਕਰਨੀ ਹੈ। ਤੇ ਦੂਸਰੀ ਇੱਥੇ ਸਤਿਗੁਰੂ ਜਿਹੜੀ ਸਾਨੂੰ ਗੱਲ ਸਮਝਾ ਰਹੇ ਹਨ, ਉਹ ਇਹ ਹੈ ਕਿ ਮਤਾ ਇਹ ਸਮਝੀਏ ਕਿ ਧਰਤੀ ਜਿਹੜੀ ਹੈ ਉਹ ਧਰਮ ਕਮਾਉਣ ਦੀ ਜਗ੍ਹਾ ਹੈ। ਪਰ ਅਸੀਂ ਕੀ ਕੀਤਾ ਹੈ ਇਹਦੀ ਪਰਖ ਕਿਸੇ ਹੋਰ ਥਾਂ ਤੇ ਜਾ ਕੇ ਹੋਣੀ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿ ਨਹੀਂ, ਕਿਉਂਕਿ ਅਕਾਲ ਪੁਰਖ ਤੇ ਸਾਡੇ ਹਿਰਦੇ ਵਿੱਚ ਵਸਦਾ ਹੈ, ਕੁਦਰਤ ਦੇ ਵਿੱਚ ਵਸਦਾ ਹੈ, ਹਰ ਜਗ੍ਹਾ ਤੇ ਮੌਜੂਦ ਹੈ। ਤੇ ਇੱਥੇ ਹੀ ਸੱਚਾ ਆਪ, ਸੱਚਾ ਦਰਬਾਰ, ਇਹ ਸਦਾ ਅਕਾਲ ਪੁਰਖ ਦਾ ਦਰਬਾਰ ਇੱਥੇ ਹੀ ਹੈ, ਸਾਡੇ ਹਿਰਦੇ ਵਿੱਚ ਹੀ ਹੈ। ਸਾਨੂੰ ਉਹਨੂੰ ਲੱਭਣ ਲਈ ਕਿਤੇ ਹਿਰਦੇ ਤੋਂ ਵੀ ਬਾਹਰ ਜਾਣ ਦੀ ਲੋੜ ਹੈ। ਤੋ ਇੱਥੇ ਹੀ ਸਾਡੀ ਪਰਖ ਹੋਣੀ ਹੈ ਔਰ ਇੱਥੇ ਹੀ ਅਸੀਂ ਧਰਮ ਕਮਾਉਣਾ ਹੈ। ਇੱਥੇ ਹੀ ਸਾਨੂੰ ਕਬੂਲਿਆ ਜਾਣਾ ਹੈ ਜਾਂ ਸਾਨੂੰ ਖੋਟੇ ਸੱਟੀ ਜਾਂ ਬਾਹਰ ਵਾਲੀ ਸਾਡੇ ਨਾਲ ਅਵਸਥਾ ਹੋਣੀ ਹੈ, ਜਾਂ ਅਸੀਂ ਪਰਖ ਖਜ਼ਾਨੇ ਪਾਇਨ ਵਾਲੀ ਸਾਡੀ ਅਵਸਥਾ ਹੋਣੀ ਹੈ। ਤੋ ਇੱਥੇ ਇਸੇ ਹੀ ਜਗ੍ਹਾ, ਇਹ ਧਰਤੀ ਧਰਮਸ਼ਾਲ ਹੀ ਨਹੀਂ, ਇਹ ਧਰਮ ਦਾ ਦਰਬਾਰ ਵੀ ਹੈ। ਤੋ ਇੱਥੇ ਹੀ ਸਾਡਾ ਧਰਮ ਕਮਾਇਆ ਜਾਣਾ ਹੈ, ਇੱਥੇ ਹੀ ਅਸੀਂ ਸਾਡਾ ਧਰਮ ਪਰਖਿਆ ਜਾਣਾ ਹੈ। ਅਸੀਂ ਕੀ ਕਮਾਈ ਕੀਤੀ ਹੈ ਉਹ ਧਰਮ ਦੇ ਤਕਲੀ ਦੇ ਉੱਤੇ ਅਸੀਂ ਤੋਲਣਾ ਵੀ ਇੱਥੇ ਹੀ। ਤੋ ਸਤਿਗੁਰੂ ਜੀ ਸਾਨੂੰ ਪਹਿਲੇ ਹੀ ਸਮਝਾ ਚੁੱਕੇ ਹਨ ਕਿ ਧਰਮ ਦੇ ਰਸਤੇ ਦੇ ਉੱਤੇ ਤੁਰਨਾ ਹੀ ਜਿਹੜਾ ਹੈ ਉਹ ਇੱਥੇ ਸਾਡਾ ਫਰਜ਼ ਹੈ। ਔਰ ਧਰਮ ਕੀ ਹੈ? ਅਕਾਲ ਪੁਰਖ ਦਾ ਹੁਕਮ, ਉਹਦੀ ਰਜ਼ਾ, ਇਹੀ ਸਾਡੀ ਕਸਵੱਟੀ ਹੈ। ਸਤਿਗੁਰੂ ਜੀ ਸਾਨੂੰ ਪਹਿਲਾਂ ਹੀ ਸ਼ੁਰੂ ਦੇ ਵਿੱਚ ਹੀ ਸਮਝਾ ਚੁੱਕੇ ਹਨ। ਜਦੋਂ ਪਹਿਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਰਸਤਾ ਦੱਸਿਆ ਸੀ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਤੇ ਉਸ ਤੋਂ ਅੱਗੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਭਾਵ ਉਸ ਦੇ ਹੁਕਮ ਉੱਤੇ ਚੱਲਣ ਦੇ ਲਈ, ਸਾਡੇ ਕੋਲ ਹੁਕਮ ਨੂੰ ਸਮਝਣ ਲਈ, ਉਸ ਰਸਤੇ ਉੱਤੇ ਤੁਰਨ ਦੇ ਲਈ ਸਾਡੇ ਕੋਲ ਜੋ ਰਸਤਾ ਹੈ ਉਹ ਇਹ ਹੈ ਕਿ ਅਸੀਂ ਅਕਾਲ ਪੁਰਖ ਦੇ ਨਾਲ ਪ੍ਰੇਮ ਪਾਈਏ, ਉਹਦੀ ਯਾਦ ਦੇ ਵਿੱਚ ਜੁੜੀਏ, ਉਹਦੇ ਨਾਮ ਨਾਲ ਜੁੜੀਏ। ਅਤੇ ਇਸ ਤਰ੍ਹਾਂ ਸਾਨੂੰ ਹੁਕਮ ਦੀ ਸੋਝੀ ਮਿਲਦੀ ਹੈ ਤੇ ਅਸੀਂ ਆਪਣਾ ਜੀਵਨ ਮਨੋਰਥ ਜਿਹੜਾ ਹੈ ਉਹ ਪ੍ਰਾਪਤ ਕਰ ਸਕਦੇ ਹਾਂ। ਤੋ ਇਹ ਤਾਂ ਸਤਿਗੁਰੂ ਜੀ ਨੇ ਇੱਥੇ ਤੱਕ ਗੱਲ ਕੀਤੀ ਹੈ ਕਿ ਜੋ ਧਰਮ ਖੰਡ, ਪੰਜਾਂ ਖੰਡਾਂ ਵਿੱਚੋਂ ਪਹਿਲਾ ਖੰਡ ਸਤਿਗੁਰੂ ਜੀ ਨੇ ਜਿਸ ਦੀ ਵਿਚਾਰ ਕੀਤੀ ਹੈ। ਤੋ ਅਗਲੀ ਪੌੜੀ ਤੇ ਚੱਲਦੇ ਹਾਂ, ਜਿਸ ਦੇ ਵਿੱਚ ਸਤਿਗੁਰੂ ਜੀ ਨੇ ਗਿਆਨ ਖੰਡ ਦੇ ਬਾਰੇ ਸਾਨੂੰ ਸਮਝਾਇਆ। आओ सब तो पहला इस पौड़ी का एक बार पाठ कर लीजिए जी। धर्म खंड का ये हो धर्म, ज्ञान खंड का आखो करम, केते पवन पानी वह संतर, केते कान महेश, केते बरमे घाड़त घड़िया, रूप रंग के वेश, केतियां करम भूमि मेर केते, केते धू उपदेश, केते इंद चंद सूर, केते केते मंडल देश, केते सिद्ध बुद्ध नाथ, केते केते देवी वेश, केते देव दानव मुन, केते केते रतन समुन, केतियां खानी केतियां बाणी,
ਕਿਤੇ ਪਾਤ ਨਰਿੰਦ ਕੀਤੀਆਂ ਸੁਰਤੀ, ਸੇਵਕ ਕੀਤੇ ਨਾਨਕ ਅੰਤ ਨਾ ਅੰਤ। ਤੋ ਸਤਿਗੁਰੂ ਜੀ ਪਹਿਲੀ ਪੰਕਤੀ ਦੇ ਵਿੱਚ ਤਾਂ ਸਾਨੂੰ ਇਹ ਸਪਸ਼ਟ ਕਰਦੇ ਹਨ ਕਿ ਧਰਮ ਖੰਡ ਦਾ ਇਹੋ ਧਰਮ ਭਾਵ। ਇਸ ਤੋਂ ਪਹਿਲਾਂ ਸਤਿਗੁਰੂ ਜੀ ਨੇ ਜੋ ਵਿਚਾਰ ਦੱਸੀ ਹੈ, ਸਾਨੂੰ ਜੋ ਉਪਦੇਸ਼ ਦਿੱਤਾ ਹੈ, ਉਹ ਧਰਮ ਖੰਡ ਦਾ ਧਰਮ ਹੈ। ਤੇ ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਗਿਆਨ ਖੰਡ ਦਾ ਆਖੋ ਕਰ। ਤੋ ਗਿਆਨ ਖੰਡ ਹੁਣ ਅੱਗੋਂ ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਸਾਡੇ ਸਾਨੂੰ ਉਪਦੇਸ਼ ਦਿੱਤਾ ਹੈ, ਸਮਝਾਇਆ ਹੈ। ਇਹ ਸਾਨੂੰ ਉਹਨਾਂ ਨੇ ਬਿਆਨ ਕੀਤਾ ਹੈ। ਤੇ ਗਿਆਨ ਖੰਡ ਦਾ ਇੱਥੇ ਕੀ ਅਰਥ ਹੈ? ਹੁਣ ਧਰਮ ਕਮਾਉਣ ਦੇ ਨਾਲ ਭਾਵ ਜੋ ਸਾਡੇ ਫਰਜ਼ ਹਨ ਇਸ ਜਗਤ ਦੇ ਵਿੱਚ ਜੀਵਨ ਮਨੋਰਥ ਨੂੰ ਪੂਰਾ ਕਰਨ ਵਾਲੇ ਜੋ ਕਰਮ ਕਰਨੇ ਸਾਨੂੰ ਸਮਾਜ ਦੇ ਵਿੱਚ, ਪਰਿਵਾਰ ਦੇ ਵਿੱਚ, ਉਦੋਂ ਸਾਰਿਆਂ ਦੀ ਸੋਝੀ ਹੋ ਜਾਂਦੀ ਹੈ। ਸਾਨੂੰ ਉਸ ਦੇ ਹੁਕਮ ਦੇ ਮੁਤਾਬਕ, ਉਸਦੀ ਰਜ਼ਾ ਦੇ ਵਿੱਚ ਰਹਿ ਕੇ ਅਸੀਂ ਜਦੋਂ ਆਪਣੇ ਕਰਮ ਕਮਾਉਂਦੇ ਹਾਂ, ਉਸ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਕੇ ਨਾਮ ਦਾ ਸਿਮਰਨ ਕਰਨਾ, ਲਿਵ ਜੋੜਨੀ, ਸੁਰਤ ਜੋੜਨੀ, ਜਦੋਂ ਅਸੀਂ ਇਹ ਦੋਨੋਂ ਕੰਮਾਂ ਦੇ ਵਿੱਚ ਲੱਗਦੇ ਹਾਂ ਤਾਂ ਮਨੁੱਖ ਦੀ ਸੁਰਤ ਉੱਚੀ ਉੱਠਦੀ ਹੈ। ਸੁਰਤ ਉੱਚੀ ਉੱਠਣ ਤੋਂ ਭਾਵ ਇਹ ਹੈ ਕਿ ਮਨੁੱਖ ਦਾ ਅਧਿਆਤਮਿਕ ਤੌਰ ਤੇ, ਆਤਮਿਕ ਤੌਰ ਤੇ ਤੇ ਮਾਨਸਿਕ ਤੌਰ ਤੇ ਗਿਆਨ ਦੇ ਪੱਖੋਂ ਵਿਕਾਸ ਹੁੰਦਾ ਹੈ। ਮਨੁੱਖ ਦੀ ਸੁਰਤ ਜਦੋਂ ਉੱਚੀ ਉੱਠਦੀ ਹੈ ਤੇ ਜੋ ਉਸ ਦੇ ਆਲੇ ਦੁਆਲੇ ਹੋ ਰਿਹਾ ਹੁੰਦਾ ਹੈ, ਉਹਦੇ ਬਾਰੇ ਜੋ ਉਸ ਦਾ ਪਹਿਲਾ ਨਜ਼ਰੀਆ ਸੀ, ਉਹਦੇ ਨਾਲੋਂ ਨਜ਼ਰੀਆ ਬਦਲ ਕੇ ਹੁਣ ਗਿਆਨ ਦਾ ਨਜ਼ਰੀਆ ਬਣਦਾ। ਹੁਣ ਹੋ ਕੀ ਰਿਹਾ ਹੈ ਕਿ ਜੀਵਨ ਦੇ ਵਿੱਚ ਸਾਡੇ ਕੀ ਹੋ ਰਿਹਾ ਹੈ, ਇਸ ਜਗਤ ਦੇ ਵਿੱਚ ਇਨ ਜਨਰਲ ਕੀ ਹੋ ਰਿਹਾ ਹੈ, ਇੱਥੇ ਕੀ ਕੌਤਕ ਵਰਤ ਰਹੇ ਹਨ, ਕੀ ਤਾਕਤਾਂ ਇੱਥੇ ਕੰਮ ਕਰ ਰਹੀਆਂ ਹਨ, ਕੀ ਕੁਛ ਇੱਥੇ ਹੋ ਰਿਹਾ ਹੈ, ਸਾਰੇ ਕੁਛ ਦੇ ਬਾਰੇ ਸਾਡਾ ਜਿਹੜਾ ਉੱਚੀ ਅਵਸਥਾ ਤੱਕ ਪਹੁੰਚ ਰਿਹਾ ਮਨੁੱਖ ਹੁੰਦਾ, ਧਰਮ ਖੰਡ ਦੇ ਤੋਂ ਲੰਘ ਰਿਹਾ ਮਨੁੱਖ ਹੁੰਦਾ ਹੈ, ਧਰਮ ਕਮਾ ਰਿਹਾ ਮਨੁੱਖ ਹੁੰਦਾ ਹੈ, ਉਹਦਾ ਇਹ ਨਜ਼ਰੀਆ ਪੂਰੀ ਤਰ੍ਹਾਂ ਬਦਲਣਾ ਸ਼ੁਰੂ ਹੋ ਜਾਂਦਾ। ਕਿਉਂਕਿ ਜਗਤ ਦੇ ਵਿੱਚ ਅਸੀਂ ਜੋ ਕੁਝ ਸਾਡੇ ਸਾਹਮਣੇ ਆਲੇ ਦੁਆਲੇ ਵਾਪਰ ਰਿਹਾ, ਸਾਡਾ ਵਰਲਡ ਵਿਊ ਉਸੇ ਤੋਂ ਹੀ ਬਣਦਾ ਹੈ। ਉਹਨੂੰ ਦੇਖ ਕੇ ਹੀ ਸਾਡੇ ਬਲੀਫਸ ਬਣਦੇ ਹਨ, ਸਾਡੇ ਯਕੀਨ ਬਣਦੇ ਹਨ ਕਿ ਸਾਨੂੰ ਜੀਵਨ ਇਸ ਢੰਗ ਦੇ ਨਾਲ ਜੀਣਾ ਚਾਹੀਦਾ। ਤਾਂ ਉਹ ਸਾਰੇ ਜਿਹੜੇ ਕੌਤਕ ਹੋ ਰਹੇ ਹਨ, ਉਹਨਾਂ ਸਾਰੇ ਜਿਹੜੇ ਫਿਨੋਮੀਨਾ ਨੂੰ ਦੇਖ ਕੇ ਸਾਡੇ ਵਿਚਾਰ ਜਿਹੜੇ ਬਣਦੇ ਹਨ, ਉਹ ਹੁਣ ਰੋਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ। ਸਾਨੂੰ ਹੁਣ ਉਹਨਾਂ ਦੇ ਬਾਰੇ ਨਜ਼ਰੀਆ ਵਿਸ਼ਾਲ ਹੋਣਾ ਸ਼ੁਰੂ ਹੋ ਜਾਂਦਾ। ਹੁਣ ਸਾਨੂੰ ਪ੍ਰਤੱਖ ਤੌਰ ਤੇ ਦਿਸਣਾ ਸ਼ੁਰੂ ਹੋ ਜਾਂਦਾ ਹੈ। ਜਿਸ ਤਰ੍ਹਾਂ ਇੱਕ ਆਮ ਬੰਦੇ ਦੀ ਅਵਸਥਾ ਜਦੋਂ ਅਸੀਂ ਹੁੰਦੇ ਹਾਂ ਜਾਂ ਹੁਣ ਹਾਂ, ਤੇ ਸਾਡੀ ਨਜ਼ਰ ਇੱਥੇ ਤੱਕ ਹੀ ਹੈ ਕਿ ਇਸ ਜਗਤ ਦੇ ਵਿੱਚ ਕੁਝ ਤਾਕਤਾਂ ਹਨ ਜੋ ਜਗਤ ਨੂੰ ਚਲਾ ਰਹੀਆਂ ਹਨ। ਜਿਵੇਂ ਕਿ ਬਹੁਤ ਸਾਰੇ ਲੋਕ ਅੱਜ ਵੀ ਮੰਨਦੇ ਹਨ ਵੀ ਕਿਸੇ ਬ੍ਰਹਮਾ ਨੇ ਬਣਾਇਆ ਹੈ, ਕੁਝ ਪਵਨ, ਪਾਣੀ, ਬਸੰਤਰ, ਮਹੇਸ਼ ਭਾਵ ਸ਼ਿਵ ਦੇਵਤਾ ਜੋ ਹੈ, ਦੂਜੇ ਪਾਸੇ ਬ੍ਰਹਮਾ ਨੇ ਬਣਾਇਆ ਹੈ, ਇੰਦਰ, ਚੰਦ, ਸੂਰਜ, ਕਈ ਮੰਡਲ ਹਨ। ਤੋ ਇਹ ਸਾਰੀਆਂ ਸਾਡੀਆਂ ਜੋ ਚੀਜ਼ਾਂ ਨੂੰ ਅਸੀਂ ਦੇਖਦੇ ਹਾਂ, ਸਾਡਾ ਵਰਲਡ ਵਿਊ ਉਹਦੇ ਨਾਲ ਹੀ ਬਣਦਾ ਹੈ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਇਹਨਾਂ ਨੂੰ ਜਗਤ ਦੇ ਵੱਡੇ ਦੇਵਤੇ ਮੰਨ ਕੇ, ਵੱਡੀਆਂ ਸ਼ਕਤੀਆਂ, ਵੱਡੀਆਂ ਤਾਕਤਾਂ ਮੰਨ ਕੇ ਇਹਨਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ ਸ਼ੁਰੂ ਕਰ ਦਿੰਦੇ। ਜਦੋਂ ਗਿਆਨ ਦਾ ਪ੍ਰਕਾਸ਼ ਹੋਣਾ ਸ਼ੁਰੂ ਹੁੰਦਾ ਹੈ ਤਾਂ ਫਿਰ ਇਹ ਦੇਵਤੇ ਨਹੀਂ ਲੱਗਦੇ। ਪਹਿਲਾਂ ਤਾਂ ਇਹ ਨਜ਼ਰ ਆਉਣਾ ਸ਼ੁਰੂ ਹੁੰਦਾ ਹੈ ਕਿ ਇਹ, ਜੇ ਅਸੀਂ ਇਹਨਾਂ ਨੂੰ ਮੰਨ ਵੀ ਲਈਏ ਕਿ ਇਹ ਹਨ, ਮੰਨ ਲਓ ਸੂਰਜ ਹੈ, ਚੰਦ ਹੈ, ਪਰ ਜਦੋਂ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਚੰਦ ਤੇ ਸੂਰਜ ਇਹ ਸਭ ਤੋਂ ਵੱਡੀਆਂ ਤਾਕਤਾਂ ਧਰਤੀ ਦੇ ਉੱਤੇ ਸਾਡੇ ਜੀਵਨ ਦੇ ਵਿੱਚ ਤਾਂ ਹੋ ਸਕਦੀਆਂ ਹਨ, ਇਹਨਾਂ ਦੇ ਬੜੇ ਵੱਡੇ ਅਸਰ ਸਾਡੇ ਤੇ ਪੈ ਸਕਦੇ ਹਨ। ਸੂਰਜ ਦੀ ਰੋਸ਼ਨੀ ਨਾਲ ਸਾਰੀ ਦੁਨੀਆ ਚੱਲ ਰਹੀ ਹੈ, ਚੰਦਰਮਾ ਦੇ ਅਸਰ ਨਾਲ ਦੁਨੀਆ ਤੇ ਬੜੇ ਵੱਡੇ ਅਸਰ ਪੈਂਦੇ ਹਨ। ਪਰ ਜਦੋਂ ਮਨੁੱਖ ਦਾ ਨਜ਼ਰੀਆ ਵਿਸ਼ਾਲ ਹੁੰਦਾ ਹੈ ਤਾਂ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਸੂਰਜ ਇੱਕ ਤਾਂ ਹੈ ਨਹੀਂ ਦੁਨੀਆ ਦੇ ਵਿੱਚ, ਤਾਂ ਫਿਰ ਇਹ ਦੇਵਤਾ ਕਿਵੇਂ ਹੋਇਆ? ਇੱਥੇ ਤਾਂ ਸੂਰਜਾਂ ਦੇ ਢੇਰ ਲੱਗੇ ਪਏ ਹਨ, ਅਣਗਿਣਤ ਹਨ। ਜਿੰਨੇ ਵੀ ਤਾਰੇ ਦਿਸਦੇ ਹਨ ਉਹ ਆਪੋ ਆਪਣੀ ਥਾਂ ਤੇ ਇੱਕ ਸੂਰਜ ਹੈ। ਇਹ ਸੰਭਵ ਹੈ ਕਿ ਹਰ ਤਾਰੇ ਦੇ ਆਲੇ ਦੁਆਲੇ ਸਾਡੀਆਂ ਧਰਤੀਆਂ ਵਰਗੇ ਕਈ ਗ੍ਰਹਿ ਘੁੰਮਦੇ ਫਿਰਦੇ ਹਨ। ਇਸੇ ਤਰ੍ਹਾਂ ਹੀ ਚੰਦਰਮਾ ਵੀ ਕਿੰਨੇ ਹੋਣਗੇ। ਤੇ ਜੇ ਇੰਨੇ ਜਗਤ ਹਨ
ਤੇ ਇੰਨੇ ਜਗਤਾਂ ਨੂੰ ਬਣਾਉਣ ਵਾਲੇ ਬ੍ਰਹਮੇ ਵੀ ਇੰਨੇ ਹੀ ਹੋਣਗੇ। ਜੇ ਸੂਰਜ ਅਨੇਕ ਨੇ ਤਾਂ ਬ੍ਰਹਮੇ ਵੀ ਅਨੇਕ ਹੀ ਹੋਣਗੇ। ਇਹ ਪਵਨ ਪਾਣੀ ਵਸੰਤਰ ਜਿਨ੍ਹਾਂ ਨੂੰ ਅਸੀਂ ਦੇਵਤੇ ਮੰਨ ਕੇ ਬਹਿ ਗਏ ਹਾਂ, ਇਹ ਵੀ ਫਿਰ ਅਨੇਕਾਂ ਹੀ ਹੋਣਗੇ। ਇਹਨਾਂ ਦੇ ਨਾਸ਼ ਕਰਨ ਵਾਲੇ ਮਹੇਸ਼ ਵਰਗੇ ਵੀ ਅਨੇਕਾਂ ਹੀ ਹੋਣਗੇ। ਤਾਂ ਗੱਲ ਕੀ ਕਿ ਮਨੁੱਖ ਦਾ ਨਜ਼ਰੀਆ ਜਦੋਂ ਇਸ ਤੋਂ ਉੱਪਰ ਉੱਠਦਾ ਹੈ ਤਾਂ ਫਿਰ ਉਹ ਕੀ ਕਰ ਦੇਖਦਾ ਹੈ। ਫਿਰ ਇਹੀ ਨਹੀਂ, ਜਿਹੜੇ ਨੂੰ ਉਹ ਹੋਰ ਮਹਾਨ ਮੰਨੀ ਬੈਠਾ ਹੁੰਦਾ ਹੈ, ਸਿਰ ਦੁੱਧ ਨਾਥ ਕੀਤੇ ਦੇਵੀ ਦੇਵਤੇ ਦੇਵ ਦਾਨਵ ਮੁੰਨ ਰਤਨ ਮੰਨੇ ਗਏ ਜਿਹੜੇ 14 ਜਾਂ ਸਮੁੰਦਰ ਇੰਨੇ ਖੇਤੀਆਂ ਖਾਣੀ, ਅਸੀਂ 4 ਖਾਣੀਆਂ ਮੰਨੀਆਂ ਹੋਈਆਂ ਸਨ। ਪਰ ਫਿਰ ਇਹ ਪਤਾ ਲੱਗਦਾ ਕਿ ਇੱਥੇ 4 ਖਾਣੀਆਂ ਨੇ। ਵੈਸੇ ਤਾਂ ਪਤਾ ਨਹੀਂ ਅਕਾਲ ਪੁਰਖ ਤਾਂ ਕਿੰਨੀਆਂ ਖਾਣੀਆਂ ਬਣਾ ਸਕਦਾ, ਉਹਨੇ ਪਤਾ ਨਹੀਂ ਕਿੰਨੀਆਂ ਖਾਣੀਆਂ ਬਣਾਈਆਂ ਹੋਈਆਂ। ਤਾਂ ਗੱਲ ਕੀ, ਫਿਰ ਜਦੋਂ ਮਨੁੱਖ ਦਾ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਤੇ ਫਿਰ ਜਗਤ ਬਹੁਤ ਹੀ ਵਿਸ਼ਾਲ ਰੂਪ ਦੇ ਵਿੱਚ ਦਿਸਣਾ ਸ਼ੁਰੂ ਹੋ ਜਾਂਦਾ ਹੈ। ਇੱਥੇ ਜੋ ਕੌਤਕ ਵਰਤ ਰਹੇ ਹਨ ਉਹ ਬਹੁਤ ਵੱਡੇ ਹੋ ਕੇ ਦਿਸਦੇ ਹਨ। ਤੇ ਬਹੁਤ ਸਾਰੀਆਂ ਚੀਜ਼ਾਂ ਤਾਂ ਅਸੀਂ ਹੁਣ ਸਾਇੰਸ ਦੇ ਨਾਲ ਇਹ ਐਕਸਪੀਰੀਅੰਸ ਵੀ ਕਰ ਚੁੱਕੇ ਹਾਂ ਕਿ ਜਗਤ ਇਹ ਕਿੰਨਾ ਵਿਸ਼ਾਲ ਹੈ, ਯੂਨੀਵਰਸ ਕਿੰਨਾ ਵੱਡਾ ਹੈ। ਇਹਦੀ ਅਸੀਂ ਇਹ ਵੀ ਨਹੀਂ ਅੰਦਾਜ਼ਾ ਲਗਾ ਸਕੇ ਅਜੇ ਤੱਕ ਵੀ ਇਹਦਾ ਦੂਜਾ ਸਿਰਾ ਕਿੰਨੇ ਸੈਂਕੜੇ ਲਾਈਟ ਈਅਰਸ ਦੇ ਉੱਤੇ ਜਾਂ ਕਿੰਨੇ ਹਜ਼ਾਰਾਂ ਲੱਖਾਂ ਲਾਈਟ ਈਅਰਸ ਦੇ ਉੱਤੇ ਕਿੰਨੀ ਕੁ ਦੂਰ ਹੈ, ਔਰ ਉੱਥੇ ਕੀ ਕੁਝ ਵਾਪਰ ਰਿਹਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਤਾਂ ਇਸੇ ਤਰ੍ਹਾਂ ਹੀ ਜਿਹੜਾ ਮਨੁੱਖ ਗਿਆਨ ਦੀ ਅਵਸਥਾ ਦੇ ਵਿੱਚ ਆ ਜਾਂਦਾ ਹੈ ਤਾਂ ਸਤਿਗੁਰੂ ਕਹਿੰਦੇ ਹਨ ਕਿ ਉਹਦਾ ਨਜ਼ਰੀਆ ਪੂਰੀ ਤਰ੍ਹਾਂ ਬਦਲਣਾ ਸ਼ੁਰੂ ਹੋ ਜਾਂਦਾ। ਹੁਣ ਜਦੋਂ ਉਹ ਸੂਰਜ ਨੂੰ ਦੇਖਦਾ ਹੈ ਤਾਂ ਉਹ ਸੂਰਜ ਨੂੰ ਦੇਖ ਕੇ ਉਹਦੇ ਮਨ ਦੇ ਵਿੱਚ ਇਹ ਨਹੀਂ ਆਉਂਦਾ ਕਿ ਸੂਰਜ ਕਿੰਨਾ ਪਾਵਰਫੁਲ ਹੈ ਜਾਂ ਚੰਦ ਕਿੰਨਾ ਪਾਵਰਫੁਲ ਹੈ ਜਾਂ ਇਹ ਧਰਤੀ, ਇਹ ਜਿਹੜੇ ਦੇਵੀ ਦੇਵਤੇ ਹਨ ਇਹ ਕਿੰਨੇ ਮਹਾਨ ਹਨ। ਤਾਂ ਹੁਣ ਹੁੰਦਾ ਕੀ ਹੈ ਕਿ ਜਦੋਂ ਬੰਦਾ ਇਸ ਅਵਸਥਾ ਦੇ ਵਿੱਚ ਪਹੁੰਚਦਾ ਹੈ ਤਾਂ ਉਹਦੇ ਅੰਦਰ ਜੋ ਇੱਕ ਅਵਸਥਾ ਪੈਦਾ ਹੁੰਦੀ ਹੈ, ਉਹਦਾ ਅੰਤਲੀ ਪੰਕਤੀ ਦੇ ਵਿੱਚ ਸਤਿਗੁਰੂ ਕਹਿ ਰਹੇ ਹਨ ਨਾਨਕ ਅੰਤ ਨ ਅੰਤ। ਭਾਵ ਫਿਰ ਇਹਦੇ ਵਿੱਚ ਉਹਨੂੰ ਅਕਾਲ ਪੁਰਖ ਜਿਸ ਨਾਲ ਵਰਤਣਾ ਸ਼ੁਰੂ ਹੋ ਜਾਂਦਾ। ਇਹ ਜੋ ਕੁਦਰਤ ਹੈ, ਕੁਦਰਤ ਦੇ ਵਿੱਚੋਂ ਉਹ ਕਾਦਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਔਰ ਉਹਦੀ ਬੇਅੰਤਤਾ ਜਿਹੜੀ ਹੈ ਉਹ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਬਸ ਇਹੀ ਹੈ ਉਹ ਜੋ ਗਿਆਨ ਦੀ ਅਵਸਥਾ ਹੈ। ਹੁਣ ਉਹ ਅਨੇਕ ਦਿਸ ਪਏ ਸਾਰੇ, ਤਾਂ ਇਹਨਾਂ ਦੇ ਵਿੱਚੋਂ ਦੀ ਲੰਘ ਕੇ ਮਨੁੱਖ ਜਿਹੜਾ ਹੈ ਉਹਨੂੰ ਪ੍ਰਭੂ ਦੀ ਬੇਅੰਤਤਾ ਦੇ, ਉਹਦੇ ਵਡੱਪਣ ਦੇ, ਉਹਦੇ ਅਣਗਿਣਤ ਅਮਿਤ ਹੋਣ ਦੇ ਉਹ ਪ੍ਰਤੱਖ ਦਰਸ਼ਨ ਕਰਨ ਦੀ ਅਵਸਥਾ ਹੋਵੇ। ਇਹੀ ਨਹੀਂ, ਉਹ ਇਹ ਕਹਿੰਦਾ ਹੈ ਕਿ ਇਹ ਵੀ ਸਮਝ ਲੱਗ ਜਾਂਦੀ ਹੈ ਕਿ ਇੱਥੇ ਸਿਰਫ ਇਹ ਨਹੀਂ ਹੈਗਾ ਕਿ ਇਹ ਦੇਵੀ ਦੇਵਤੇ ਹੀ ਜਾਂ ਸੂਰਜ ਚੰਦ ਹੀ ਬੜੇ ਹਨ। ਇਹ ਕਰਮ ਭੂਮੀ ਜਿਹਨੂੰ ਅਸੀਂ ਧਰਮਸ਼ਾਲ ਕਿਹਾ ਹੈ, ਇਹ ਵੀ ਇੱਕ ਨਹੀਂ, ਅਕਾਲ ਪੁਰਖ ਨੇ ਪਤਾ ਨਹੀਂ ਕਿੰਨੇ ਬਣਾਏ ਹੋਣ, ਕਿੰਨੇ ਉਪਦੇਸ਼ ਦੇਣ ਵਾਲੇ ਬਣਾਏ ਹੋਣ, ਕਿੰਨੇ ਇਸ ਧਰਤੀ ਦੇ ਉੱਤੇ ਜਿਵੇਂ ਅਕਾਲ ਪੁਰਖ ਨੇ ਬਣਾਏ ਹਨ ਸਾਡੇ ਵਰਤਣ ਵਾਸਤੇ ਨੇ ਅਨੇਕਾਂ ਚੀਜ਼ਾਂ, ਉਹਨਾਂ ਧਰਤੀਆਂ ਦੇ ਉੱਤੇ ਵੀ ਅਕਾਲ ਪੁਰਖ ਨੇ ਬਣਾਈਆਂ ਹੋਣਗੀਆਂ। ਤਾਂ ਹੁਣ ਇਹ ਅਵਸਥਾ ਜਿਹੜੀ ਹੈ ਇਹ ਆਪਾਂ ਆਮ ਦੁਨਿਆਵੀ ਭਾਸ਼ਾ ਦੇ ਵਿੱਚ ਇਉਂ ਸਮਝ ਲਈਏ ਕਿ ਜੇ ਕਿਸੇ ਬੱਚੇ ਦੇ ਹੱਥ ਦੇ ਵਿੱਚ ਛੋਟੀ ਜਿਹੀ ਦੂਰਬੀਨ ਫੜਾ ਦਿੱਤੀ ਜਾਵੇ ਜਿਹਦੇ ਨਾਲ ਉਹ ਚੰਦਰਮਾ ਨੂੰ ਥੋੜਾ ਜਿਹਾ ਵੱਡਾ ਕਰਕੇ ਦੇਖ ਕੇ ਹੀ ਬੜਾ ਖੁਸ਼ ਹੋ ਜਾਂਦਾ ਹੈ ਕਿ ਮੇਰਾ ਤਾਂ ਬੜਾ ਵੱਡਾ ਗਿਆਨ ਹੋ ਗਿਆ, ਉਸ ਨੂੰ ਕਿਤੇ ਸਾਇੰਸ ਦੀ ਕਿਸੇ ਬੜੇ ਵੱਡੀ ਜਿਹੜੀ ਦੂਰਬੀਨ ਹੈ ਉਹਦੇ ਅੱਗੇ ਬਿਠਾ ਦਿੱਤਾ ਜਾਵੇ ਜਿਹਦੇ ਵਿੱਚੋਂ ਦੁਨੀਆ ਐਡੀ ਕੁ ਵਿਸ਼ਾਲ ਦਿਸੇ ਕਿ ਉਹ ਅੰਦਾਜ਼ਾ ਵੀ ਲਗਾਉਣਾ ਉਹਦੇ ਲਈ ਮੁਸ਼ਕਲ ਹੋ ਜਾਏ। ਉਹ ਸਿਰਫ ਬੇਨਤੀ ਕਹਿ ਕੇ ਰਹਿ ਜਾਏ ਕਿ ਵੀ ਇਹ ਤਾਂ ਅਣਗਿਣਤ ਹਨ, ਅਣਗਿਣਤ ਤਾਰੇ ਹਨ, ਅਣਗਿਣਤ ਧਰਤੀਆਂ ਹਨ। ਕੁਝ ਐਸੀ ਅਵਸਥਾ ਜਿਹੜੀ ਹੈ ਉਹ ਬਣ ਜਾਂਦੀ ਹੈ ਐਸੇ ਵਿਅਕਤੀ ਦੀ ਜਿਹੜਾ ਕਿ ਧਰਮ ਦੇ ਰਸਤੇ ਦੇ ਉੱਤੇ ਤੁਰਦਾ ਹੈ, ਉਹਨੂੰ ਕਮਾਉਂਦਾ ਹੈ, ਹੁਕਮ ਦੇ ਵਿੱਚ ਕਮਾਉਂਦਾ ਹੈ, ਨਾਮ ਸਿਮਰਦਿਆਂ ਹੋਇਆਂ ਕਮਾਉਂਦਾ ਹੈ, ਤੇ ਉਹਦੇ ਗਿਆਨ ਦੀ ਅਵਸਥਾ ਐਸੀ ਬਣ ਜਾਂਦੀ ਹੈ ਕਿ ਹੁਣ ਉਸ ਨੂੰ ਜਗਤ ਦੇ ਵਿੱਚੋਂ ਬਜਾਏ ਇਸ ਦੇ ਕਿ ਇਹ ਜੋ ਹੋਰ ਤਾਕਤਾਂ ਸਾਨੂੰ ਦਿਸਦੀਆਂ ਹਨ, ਦੇਵੀ ਦੇਵਤੇ ਜਾਂ ਗ੍ਰਹਿ ਨਖੱਤਰ ਦਿਸਦੇ ਹਨ ਜਾਂ ਹੋਰ ਕੁਝ ਦਿਸਦੇ ਹਨ, ਅਸੀਂ ਆਪਣੀ ਕਲਪਨਾ ਦੇ ਨਾਲ ਦੇਖਣੇ ਸ਼ੁਰੂ ਕਰ ਦਿੰਦੇ ਹਾਂ। ਹੁਣ ਉਹ ਵਿਅਕਤੀ ਜਿਹੜਾ ਹੈ ਉਹ ਅੰਤ ਨਾ ਅੰਤ ਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ ਔਰ ਇਸ ਚੀਜ਼ ਨੂੰ ਸਤਿਗੁਰਾਂ ਨੇ ਅੱਗੇ ਪ੍ਰਚੰਡ ਗਿਆਨ ਦਾ ਜੋ ਹੈ ਸਤਿਗੁਰਾਂ ਨੇ ਉਹ ਸੰਗਿਆ ਦਿੱਤੀ ਹੈ ਕਿ ਇਹ ਗਿਆਨ ਪ੍ਰਚੰਡ ਹੈ। ਔਰ ਅੱਗੇ ਅਗਲੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਇਹ ਲਫ਼ਜ਼ ਵਰਤੇ ਹਨ ਕਿ ਇਹ ਜੋ ਗਿਆਨ ਹੈ ਤਿੱਥੈ ਨਾਦ ਬਿਨੋਦ ਕੋਡ ਆਨੰਦ।
ਹੁਣ ਪ੍ਰਚੰਡ ਗਿਆਨ ਹੈ, ਸਤਿਗੁਰੂ ਕਹਿੰਦੇ ਨੇ ਕਿ ਜਦੋਂ ਦਿਸਦੇ ਗਿਆਨ ਤੋਂ ਅੱਗੇ ਇਨਸਾਨ ਦੀ ਨਜ਼ਰ ਜਾਣੀ ਸ਼ੁਰੂ ਹੋ ਜਾਂਦੀ ਹੈ, ਜਦੋਂ ਉਹਦੀ ਨਜ਼ਰ ਵਿਸ਼ਾਲ ਹੁੰਦੀ ਹੈ, ਅਕਾਲ ਪੁਰਖ ਦੇ ਨਾਮ ਸਿਮਰਨ ਵਿੱਚ ਲੱਗ ਕੇ, ਉਹਦੇ ਹੁਕਮ ਵਿੱਚ ਚੱਲ ਕੇ, ਧਰਮ ਕਮਾ ਕੇ, ਤਾਂ ਫਿਰ ਉਹ ਗਿਆਨ ਦੀ ਅਵਸਥਾ ਆਮ ਦੁਨਿਆਵੀ ਇੰਟੈਲੈਕਚੁਅਲ ਮਾਨਸਿਕ ਜਾਂ ਹੋਰ ਕੋਈ ਗਿਆਨ, ਕਿਤਾਬੀ ਗਿਆਨ ਨਹੀਂ ਹੈ। ਇਹ ਪ੍ਰਚੰਡ ਗਿਆਨ। ਹੁਣ ਪ੍ਰਚੰਡ ਗਿਆਨ ਦਾ ਕੀ ਅਗਲੀ ਪੰਕਤੀ ਦੇ ਸਤਿਗੁਰਾਂ ਨੇ ਉਹ ਡਿਸਕ੍ਰਾਈਬ ਵੀ ਕਰ ਦਿੱਤਾ ਕਿ ਤਿੱਥੈ ਨਾਦ ਵਿਨੋਦ ਕੋਡ ਆਨੰਦ। ਹੁਣ ਇਹ ਕੈਸਾ ਪ੍ਰਚੰਡ ਕਿਉਂ ਹੈ, ਕੈਸਾ ਗਿਆਨ ਹੈ, ਇੰਨਾ ਪ੍ਰਚੰਡ ਹੈ ਤੇ ਕਿਵੇਂ ਹੈ ਇਹ ਪ੍ਰਚੰਡ। ਇੱਥੇ ਨਾਦ ਵਿਨੋਦ ਕੋਡ ਤੇ ਆਨੰਦ ਦੀ ਗੱਲ ਸਤਿਗੁਰਾਂ ਵੀ ਇਉਂ ਸਮਝੋ ਕਿ ਦੁਨੀਆ ਦੇ ਸਾਰੇ ਨਾਦ ਭਾਵ ਰਾਗ ਵੱਜ ਰਹੇ ਹਨ, ਵਿਨੋਦ ਭਾਵ ਤਮਾਸ਼ੇ ਹੋ ਰਹੇ ਹਨ, ਤੇ ਅਨੇਕਾਂ ਤਰ੍ਹਾਂ ਦੇ ਕੋਡ ਭਾਵ ਕੌਤਕ ਵਰਤ ਰਹੇ ਹੋਣ, ਤੇ ਫਿਰ ਜੋ ਆਨੰਦ ਦੀ ਅਵਸਥਾ ਬਣਦੀ ਹੈ ਉਹ ਇਸ ਗਿਆਨ ਦੇ ਨਾਲ ਬਣਦੀ ਹੈ। ਇਹ ਇੰਨਾ ਪ੍ਰਚੰਡ ਭਾਵ ਇਹ ਉਹ ਅਨੁਭਵੀ ਗਿਆਨ ਹੈ ਜੋ ਧਰਮ ਕਮਾਉਣ ਦੇ ਵਿੱਚੋਂ ਮਿਲਦਾ ਹੈ, ਹੁਕਮ ਦੇ ਵਿੱਚ ਚੱਲਣ ਵਿੱਚੋਂ ਬਣਦਾ ਹੈ, ਜੋ ਰਜ਼ਾ ਦੇ ਵਿੱਚ ਰਹਿਣ ਦੇ ਨਾਲ ਪ੍ਰਾਪਤ ਹੁੰਦਾ ਹੈ। ਉਹ ਜੋ ਸ਼ਕਤੀਆਂ ਨੂੰ ਦੇਖ ਕੇ, ਉਸ ਅਕਾਲ ਪੁਰਖ ਦੇ ਗੁਣਾਂ ਨੂੰ ਦੇਖ ਕੇ, ਇਹ ਜੋ ਗਿਆਨ ਹੈ ਸਾਨੂੰ ਪ੍ਰਤੱਖ ਵਾਹਿਗੁਰੂ ਤੱਕ ਲੈ ਜਾਂਦਾ ਹੈ, ਅਕਾਲ ਪੁਰਖ ਦੇ ਨਾਲ ਜੋੜ ਦਿੰਦਾ ਹੈ। ਇਹ ਉਹ ਗਿਆਨ ਜਿਹੜਾ ਕਿ ਧਰਮ ਕਮਾਉਣ ਦੇ ਨਾਲ ਪ੍ਰਾਪਤ ਹੁੰਦਾ ਹੈ। ਤੇ ਹੁਣ ਅਗਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਜੋ ਡਿਸਕ੍ਰਾਈਬ ਕਰ ਰਹੇ ਹਨ ਉਹ ਸ਼ਰਮਖੰਡ ਦੀ ਗੱਲ ਸਤਿਗੁਰੂ ਕਰ ਰਹੇ ਹਨ। ਆਓ ਪਹਿਲਾਂ ਇੱਕ ਵਾਰ ਇਸ ਪੌੜੀ ਦਾ ਪਾਠ ਕਰ ਲਈਏ ਜੀ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ। ਪਹਿਲੀਆਂ ਦੋ ਪੰਕਤੀਆਂ ਤੇ ਜਿਵੇਂ ਆਪਾਂ ਡਿਸਕਸ ਕਰ ਲਿਆ ਹੈ, ਸਤਿਗੁਰੂ ਜੀ ਨੇ ਗਿਆਨ ਖੰਡ ਦੇ ਬਾਰੇ ਉਹਨੂੰ ਕੰਕਲੂਡ ਕੀਤਾ ਹੈ ਕਿ ਇਹ ਬੜੀ ਪ੍ਰਚੰਡ ਗਿਆਨ ਦੀ ਅਵਸਥਾ। ਤਾਂ ਹੁਣ ਸਤਿਗੁਰੂ ਜੀ ਸ਼ਰਮ ਖੰਡ ਦੀ ਗੱਲ ਕਰ ਰਹੇ ਹਨ। ਸ਼ਰਮ ਦਾ ਅਰਥ ਹੈ ਉਦਮ, ਮਿਹਨਤ, ਤਰੱਦਦ ਕਰਨਾ। ਜਦੋਂ ਅਸੀਂ ਕਿਸੇ ਚੀਜ਼ ਨੂੰ ਬਣਾਉਣ ਉੱਤੇ ਸਖਤ ਮਿਹਨਤ ਕਰਦੇ ਹਾਂ ਤਾਂ ਉਹਨੂੰ ਸ਼ਰਮ ਜਾਂ ਸ਼ਰਮ ਕਿਹਾ ਜਾਂਦਾ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇਸ ਖੰਡ ਦੇ ਵਿੱਚ, ਮਿਹਨਤ ਦੇ ਖੰਡ ਦੇ ਵਿੱਚ, ਉਦਮ ਦੇ ਖੰਡ ਵਿੱਚ ਆ ਜਾਂਦੇ ਹਾਂ ਤਾਂ ਇਹਦੀ ਬਣਤਰ ਕੀ ਹੈ, ਉਹ ਰੂਪ ਹੈ ਭਾਵ ਅਤ ਸੁੰਦਰਤਾ। ਤੇ ਅਗਲੀ ਪੰਕਤੀ ਦੇ ਵਿੱਚ ਕਹਿੰਦੇ ਹਨ ਕਿ ਜਿਹੜੀ ਹੁਣ ਇੱਥੇ ਮਿਹਨਤ ਦੇ ਨਾਲ ਘੜ ਘੜੀ ਜਾਣੀ ਹੈ ਉਹ ਬਹੁਤ ਅਨੂਪ ਹੈ, ਨਵੀਂ ਹੈ, ਉਹਦੇ ਵਰਗੀ ਹੋਰ ਕੋਈ ਘੜ ਖੜੀ ਨਹੀਂ ਜਾ ਸਕਦੀ। ਔਰ ਉਹ ਇਤਨੀ ਸੁੰਦਰ ਹੈ, ਇਤਨੀ ਅਨੂਪ ਹੈ ਕਿ ਤਾਂ ਕੀਆਂ ਗੱਲਾਂ ਕੱਚੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਇਹਦਾ ਬਿਆਨ ਵੀ ਨਹੀਂ ਹੋ ਸਕਦਾ, ਇੰਨੀ ਅਨੂਪ ਅਵਸਥਾ ਹੈ, ਇੰਨੀ ਸੁੰਦਰ ਅਵਸਥਾ ਹੈ। ਤੇ ਕਿਉਂ ਇੰਨੀ ਸੁੰਦਰ ਅਵਸਥਾ ਹੈ ਕਿ ਅਸੀਂ ਇਹਦਾ ਬਿਆਨ ਵੀ ਨਹੀਂ ਕਰ ਸਕਦੇ, ਕਿਉਂਕਿ ਆਮ ਬਣਤਰ ਨਹੀਂ ਹੋ ਰਹੀ ਇੱਥੇ। ਇਹ ਘਾੜਤ ਜਿਹੜੀ ਘੜੀ ਜਾ ਰਹੀ ਹੈ ਇਹ ਆਮ ਘਾੜਤ ਨਹੀਂ ਘੜੀ ਜਾ ਰਹੀ, ਕੋਈ ਇੱਥੇ ਛੋਟੀ ਮੋਟੀ ਮੂਰਤੀ ਨਹੀਂ ਘੜੀ ਜਾ ਰਹੀ, ਕੋਈ ਬਿਲਡਿੰਗ ਨਹੀਂ ਬਣਾਈ ਜਾ ਰਹੀ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਇੱਥੇ ਸੁਰਤ ਘੜੀ ਜਾ ਰਹੀ ਹੈ, ਮਤ ਘੜੀ ਜਾ ਰਹੀ ਹੈ, ਤੇ ਮਨ ਦੇ ਅੰਦਰ ਜਿਹੜੀ ਬੁੱਧੀ ਹੈ ਉਹ ਘੜੀ ਜਾ ਰਹੀ। ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ, ਸੁਧ ਦਾ ਅਰਥ ਹੈ ਹੋਸ਼ ਜਾਂ ਅਕਲ। ਕੈਸੀ ਅਕਲ ਉੱਥੇ ਘੜੀ ਜਾ ਰਹੀ ਹੈ, ਸੁਰਾਂ ਸਿਧਾਂ ਕੀ, ਇਹ ਮੁਹਾਵਰੇ ਦੇ ਤੌਰ ਤੇ ਅਸੀਂ ਸਮਝ ਲਈਏ, ਕਿਉਂਕਿ ਸਭ ਤੋਂ ਉੱਚੀ ਮੱਤ ਅਕਲ ਜਿਹੜੀ ਮੰਨੀ ਜਾਂਦੀ ਹੈ ਉਹ ਸੁਰਾਂ ਦੀ ਭਾਵ ਦੇਵਤਿਆਂ ਦੀ ਮੰਨੀ ਜਾਂਦੀ ਹੈ ਜਾਂ ਉਹਨਾਂ ਮਨੁੱਖਾਂ ਦੀ ਮੰਨੀ ਜਾਂਦੀ ਹੈ ਜਿਨ੍ਹਾਂ ਨੇ
ਸਭ ਤੋਂ ਉੱਚੀ ਅਵਸਥਾ ਦੀ ਪ੍ਰਾਪਤੀ ਕਰ ਲਈ ਹੋਵੇ, ਜਿਨ੍ਹਾਂ ਨੂੰ ਸਿੱਧ ਕਿਹਾ ਜਾਂਦਾ। ਤੋ ਸਤਿਗੁਰੂ ਜੀ ਕੀ ਕਹਿ ਰਹੇ ਹਨ ਕਿ ਇੱਥੇ ਜੋ ਘਾੜਤ ਘੜੀ ਜਾਣੀ ਹੈ ਮਨੁੱਖ ਦੇ ਇਤਨੀ ਸੁੰਦਰ ਘਾੜਤ ਘੜੀ ਜਾਣੀ ਹੈ, ਜਿਹਦਾ ਬਿਆਨ ਕਰਨਾ ਕਠਿਨ ਹੈ। ਉੱਥੇ ਘੜਿਆ ਕੀ ਜਾਣਾ ਹੈ, ਸੁਰਤ ਮਤ ਤੇ ਮਨ ਦੀ ਬੁੱਧੀ ਜੋ ਹੈ ਉਹ ਘਾੜਤ ਘੜੀ ਜਾਣੀ ਹੈ। ਤੇ ਇੰਨੀ ਉੱਚੀ ਘਾੜਤ ਘੜੀ ਜਾਣੀ ਹੈ ਕਿ ਫਿਰ ਉਹ ਜੋ ਇੱਕ ਮਤਲਬ ਮੈਥੋਲੋਜੀਕਲ ਤੌਰ ਦੇ ਉੱਤੇ ਮੰਨਿਆ ਗਿਆ ਕਿ ਜਿਵੇਂ ਦੇਵਤਿਆਂ ਦੀ ਬਹੁਤ ਹੀ ਉੱਚੀ ਮੱਤ ਹੁੰਦੀ ਹੈ, ਬਹੁਤ ਹੀ ਉੱਚੀ ਮੱਤ ਹੁੰਦੀ ਹੈ, ਸਮਝ ਲਓ ਕਿ ਉਹੋ ਜਿਹੀ ਮੱਤ ਬਣਾ ਦਿੱਤੀ ਜਾਏਗੀ। ਕਹਿਣ ਤੋਂ ਭਾਵ ਕਿ ਸਭ ਤੋਂ ਉੱਚੀ ਮੱਤ ਬਣ ਜਾਣੀ ਹੈ। ਤੇ ਸਿੱਧਾ ਤੋਂ ਵੀ ਇਹੀ ਭਾਵ ਹੈ ਕਿ ਉਹ ਮਨੁੱਖ ਜਿਹੜੇ ਉਹ ਅਵਸਥਾ ਪ੍ਰਾਪਤ ਕਰ ਚੁੱਕੇ ਹੋਣ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਉਹਨਾਂ ਦੀ ਮੱਤ ਬਹੁਤ ਉੱਚੀ ਹੋ ਚੁੱਕੀ ਹੈ, ਆਮ ਮਨੁੱਖਾਂ ਤੋਂ ਬਹੁਤ ਉੱਚੇ ਹੋ ਜਾਂਦੇ। ਤੋ ਇਹ ਜੋ ਖੰਡ ਦੀ ਸਤਿਗੁਰੂ ਗੱਲ ਕਰ ਰਹੇ ਹੋ, ਉਹ ਹੈ ਜਿੱਥੇ ਮਨੁੱਖ ਦੇ ਜੀਵਨ ਦੀ ਹੁਣ ਅਸਲ ਅਰਥਾਂ ਦੇ ਵਿੱਚ ਘਾੜਤ ਘੜੀ ਜਾਣੀ। ਕਿਉਂਕਿ ਭਾਂਡਾ ਘੜਿਆ ਜਾਏਗਾ ਤੇ ਭਾਂਡੇ ਵਿੱਚ ਸਮਾਨ ਵਾਲੀ ਅਵਸਥਾ, ਉਹ ਸਮਾਨ ਵਾਲੀ ਵਸਤੂ ਵੀ ਉਹਦੇ ਵਿੱਚ ਤਾਂ ਹੀ ਪੈ ਸਕਦੀ ਹੈ ਜੇ ਭਾਂਡਾ ਪਹਿਲਾਂ ਘੜਿਆ ਜਾਏ। ਅੰਤ ਦੇ ਵਿੱਚ ਆਪਾਂ ਵਿਚਾਰ ਕਰ ਚੁੱਕੇ ਹਾਂ ਕਿ ਇਹ ਤਾਂ ਅਸੀਂ ਆਪਣੇ ਜੀਵਨ ਨੂੰ ਘੜ ਕੇ ਉਹ ਜਿਹਾ ਭਾਂਡਾ ਬਣਾਉਣਾ ਹੈ ਕਿ ਇਹ ਉਸ ਸ਼ਬਦ ਦਾ ਰੂਪ ਹੋ ਜਾਵੇ ਜਿਹੜਾ ਇਹਦੇ ਵਿੱਚ ਸਮਾਇਆ। ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਹੁਣ ਘਾੜਤ ਘੜੀ ਜਾਣੀ ਹੈ ਅਨੂਪ ਸੁਰਤ ਮਤ ਤੇ ਬੁੱਧ ਦੀ ਜਿਹੜੀ ਘਾੜਤ ਹੈ ਉਹਨੂੰ ਉੱਚੇ ਕਰਨ ਦੀ ਇਹ ਅਵਸਥਾ। ਤਾਂ ਕੁਦਰਤੀ ਗੱਲ ਹੈ ਕਿ ਜਦੋਂ ਅਸੀਂ ਧਰਮ ਦਾ ਗਿਆਨ ਪ੍ਰਾਪਤ ਕਰਨਾ ਸੀ, ਸੋਝੀ ਪ੍ਰਾਪਤ ਕਰਨੀ ਸੀ, ਗਿਆਨ ਦੀ ਅਵਸਥਾ ਤੱਕ ਪਹੁੰਚਣੀ ਸੀ, ਉਦੋਂ ਅਸੀਂ ਗੁਰੂ ਦੇ ਲੜ ਲੱਗ ਕੇ ਅਸੀਂ ਇਹ ਸਾਰੀ ਅਵਸਥਾ ਪ੍ਰਾਪਤ ਕਰਨੀ। ਪਰ ਹੁਣ ਸਾਨੂੰ ਗੁਰੂ ਦੀ ਉਂਗਲ ਫੜ ਕੇ ਜੋ ਕੰਮ ਕਰਨਾ ਪੈਣਾ ਹੈ, ਹੁਣ ਮਿਹਨਤ ਆਪ ਕਰਨੀ ਪੈਣੀ। ਆਪਣੇ ਮਨ ਨੂੰ ਖੋਜ ਕੇ ਇਹਦੇ ਵਿੱਚੋਂ ਜੋ ਵਿਕਾਰ ਹਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਰਗੇ ਵਿਕਾਰ ਹਨ, ਜਾਂ ਇਹਨਾਂ ਤੋਂ ਪੈਦਾ ਹੋਏ ਹੋਰ ਅਨੇਕਾਂ ਜੋ ਇਹਨਾਂ ਦੀ ਫੌਜ ਹੈ, ਉਹ ਸਭ ਨੂੰ ਆਪਣੇ ਜੀਵਨ ਦੇ ਵਿੱਚੋਂ ਕੱਢ ਕੇ ਬਾਹਰ ਕੱਢਣਾ ਪੈਣਾ। ਰਸਤਾ ਤਾਂ ਗੁਰੂ ਨੇ ਹੀ ਦੱਸਣਾ, ਪਰ ਘਾੜਤ ਸਾਨੂੰ ਘੜਨ ਲਈ ਮਿਹਨਤ ਆਪ ਕਰਨੀ ਪੈਣੀ ਹੈ, ਤਪੱਸਿਆ ਆਪ ਕਰਨੀ ਪੈਣੀ ਹੈ। ਸਾਡੇ ਇਹੀ ਤਪੱਸਿਆ ਹੈ ਕਿ ਆਪਣੇ ਜੀਵਨ ਨੂੰ ਉੱਚਾ ਬਣਾਉਣਾ, ਬਸ ਇਹੀ ਤਪੱਸਿਆ ਹੈ। ਹੋਰ ਸਾਡੇ ਕੋਈ ਤਪ ਜਪ ਤੇ ਇਹ ਚੀਜ਼ਾਂ ਕੋਈ ਪ੍ਰਵਾਨ ਨਹੀਂ। ਇੱਕੋ ਹੀ ਤਪੱਸਿਆ ਪ੍ਰਵਾਨ ਹੈ ਕਿ ਆਪਣੇ ਜੀਵਨ ਨੂੰ ਚੰਗਾ ਬਣਾਉਣ ਦੀ ਤਪੱਸਿਆ। ਤੋ ਹੁਣ ਇਹ ਆਪਣੇ ਆਪ ਨੂੰ, ਆਪਣੀ ਆਤਮ ਨੂੰ, ਆਪਣੀ ਆਤਮਾ ਦੀ ਜੋ ਸੁਧਾਈ ਕਰਨੀ ਇਹ ਸਾਨੂੰ ਹੀ ਕਰਨੀ ਪੈਣੀ ਹੈ। ਇਸ ਕਰਕੇ ਇਹ ਬੜੀ ਕਠਿਨ ਮਿਹਨਤ ਦਾ ਕੰਮ ਹੈ। ਇਸੇ ਕਰਕੇ ਇਹਨੂੰ ਸ਼ਰਮ ਕਿਹਾ ਗਿਆ ਹੈ, ਸ਼ਰਮ ਕਿਹਾ ਗਿਆ। ਤੋ ਧਰਮ ਤੇ ਗਿਆਨ ਦੀ ਅਵਸਥਾ ਤੋਂ ਬਾਅਦ ਹੁਣ ਮਨ ਮਤ ਤੇ ਬੁੱਧ ਨੂੰ ਹੁਣ ਕੀ ਕਰਨਾ ਪੈਣਾ ਹੈ ਕਿ ਇਸ ਨੂੰ ਇੰਦਰੀਆਂ ਦੇ ਤਲ ਤੋਂ ਉੱਤੇ ਚੁੱਕ ਕੇ ਉਸ ਤਲ ਤੱਕ, ਉਸ ਪੱਧਰ ਤੱਕ ਲੈ ਕੇ ਜਾਣਾ ਹੈ ਜਿੱਥੇ ਉਸ ਅਕਾਲ ਪੁਰਖ ਦੇ ਨਾਲ ਅਸੀਂ ਉਹਦੀ ਨਜ਼ਰ ਦੇ ਵਿੱਚ ਪ੍ਰਵਾਨ ਹੋ ਸਕੀਏ, ਉਹਦੇ ਨੇੜੇ ਹੋ ਸਕੀਏ। ਤੋ ਇਹ ਜਿਵੇਂ ਸਤਿਗੁਰੂ ਜੀ ਨੇ ਹੋਰ ਬੜੀਆਂ ਥਾਵਾਂ ਤੇ ਇਹਦੇ ਬੜੇ ਇਸ਼ਾਰੇ ਦਿੱਤੇ ਨੇ ਵੀ ਇਹ ਰਸਤਾ ਬੜਾ ਔਖਾ ਹੈ, ਇਹ ਤੇ ਤੁਰਨਾ ਸੌਖਾ ਕੰਮ ਨਹੀਂ ਹੈ। ਉਹ ਇਸ ਅਵਸਥਾ ਦੀ ਹੈ ਜੀਵਨ ਦੀ ਘਾੜਤ ਦੇ ਘੜਨ ਬਾਰੇ ਸਤਿਗੁਰਾਂ ਨੇ ਅਨੇਕ ਥਾਵਾਂ ਤੇ, ਇਹ ਖੰਨੇ ਤਿੱਖੀ ਵਾਲੋਂ ਮਿੱਟੀ ਵੀ ਸਤਿਗੁਰਾਂ ਨੇ ਕਿਹਾ ਹੈ। ਕਬੀਰ ਜੀ ਕਹਿੰਦੇ ਹਨ ਕਿ ਜੀਤ ਲਇਓ ਮਹਾ ਵਿਖਾਤੀ ਸਹਿਜ ਸੁਹੇਲੀ ਬਾਣੀ, ਕਉ ਕਬੀਰ ਮਨ ਭਇਆ ਪਰਗਾਸਾ ਪਾਇਆ ਪਦ ਨਿਰਵਾਣ। ਉਹ ਅਗਲੀ ਸਾਡੀ ਪ੍ਰੋਗਰੈਸ ਉਦੋਂ ਹੋਣੀ ਹੈ ਜਿਹੜੇ ਜੀਤ ਲਏ ਉਹ ਮਹਾ ਵਿਖਾਤੀ ਵਾਲੀ ਗੱਲ ਹੈ। ਜਦੋਂ ਤੱਕ ਅਸੀਂ ਉਹਨਾਂ ਔਗੁਣਾਂ ਨੂੰ, ਵਿਕਾਰਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਕੱਢ ਨਹੀਂ ਲੈਂਦੇ ਤੇ ਉਹਨਾਂ ਦੀ ਥਾਂ ਦੇ ਉੱਤੇ ਅਕਾਲ ਪੁਰਖ ਤੋਂ ਗੁਣ ਪ੍ਰਾਪਤ ਕਰਕੇ ਗੁਣ ਨਹੀਂ ਪਾ ਲੈਂਦੇ, ਇਸ ਤੋਂ ਅਗਲੀ ਪ੍ਰੋਗਰੈਸ ਕਰਨ ਲਈ ਇਹ ਜ਼ਰੂਰੀ ਹੈ। ਔਰ ਇਹ ਕਠਿਨ ਮਿਹਨਤ ਦਾ ਕੰਮ ਹੈ। तो इसे करके ਇਹਨੂੰ ਸਤਿਗੁਰਾਂ ਨੇ ਸ਼ਰਮ ਖੰਡ ਕਿਹਾ ਹੈ, ਸ਼ਰਮ ਦਾ ਖੰਡ ਕਿਹਾ ਹੈ, ਭਾਵ ਮਿਹਨਤ ਦਾ ਖੰਡ ਕਿਹਾ। ਤੋ ਇੱਥੇ ਹੁਣ ਘਾੜਤ ਘੜੀ ਜਾ ਰਹੀ ਹੈ। ਪਹਿਲਾਂ ਉਸ ਦਾ ਆਪਾਂ ਇਉਂ ਕਹਿ ਲਈਏ ਕਿ ਜਿਵੇਂ ਇਮਾਰਤ ਉਸਾਰਨੀ ਹੋਵੇ ਤਾਂ ਪਹਿਲਾਂ ਉਹਦੀ ਜ਼ਮੀਨ ਤਿਆਰ ਕੀਤੀ ਜਾਂਦੀ ਹੈ। ਜੇ ਖੇਤੀ ਕਰਨੀ ਹੋਵੇ ਤਾਂ ਪਹਿਲਾਂ ਹਲ ਵਾਹ ਕੇ ਜ਼ਮੀਨ ਨੂੰ ਨਰਮ ਕੀਤਾ ਜਾਂਦਾ ਹੈ ਤੇ ਫਿਰ ਖੇਤੀ ਕੀਤੀ ਜਾਂਦੀ ਹੈ। ਧਰਮ ਖੰਡ ਤੇ ਗਿਆਨ ਖੰਡ ਦੇ ਨਾਲ ਧਰਮ ਦੇ ਔਰ ਆਪਣੇ ਜੋ ਸਾਡੇ ਫਰਜ਼ ਹਨ, ਚੰਗੇ ਕਰਮ ਹਨ,
ਔਰ ਗਿਆਨ ਦੇ ਨਾਲ ਅਸੀਂ ਉਹ ਜ਼ਮੀਨ ਤਿਆਰ ਕਰ ਲਈ ਹੈ। ਤੇ ਹੁਣ ਜਿਹੜਾ ਕਠਿਨ ਕੰਮ ਆਪਣੀ ਸੁਰਤ ਦੇ ਵਿੱਚ ਗੁਣਾਂ ਦੀ ਖੇਤੀ ਕਰਨ ਦਾ ਹੈ, ਉਹਦੇ ਵਿੱਚੋਂ ਜੋ ਔਗੁਣਾਂ ਨੂੰ ਕੱਢਣ ਦਾ ਕੰਮ ਹੈ, ਜਿਹੜੇ ਇੱਥੇ ਉੱਗੇ ਹੋਏ ਹਨ, ਸਾਡੇ ਜਗਤ ਸਾਡੇ ਜੀਵਨ ਨੂੰ ਖਰਾਬ ਕਰ ਰਹੇ ਹਨ, ਉਹਨਾਂ ਨੂੰ ਪੁੱਟਣ ਦਾ ਕੰਮ ਹੈ। ਤਾਂ ਇਹ ਜੋ ਸ਼ਰਮ ਖੰਡ ਦੀ ਮਿਹਨਤ ਹੈ, ਇਹ ਸਾਡੇ ਵਾਸਤੇ ਹੁਣ ਇੱਥੇ ਤੱਕ ਸਤਿਗੁਰਾਂ ਨੇ ਇਸ ਦੀ ਗੱਲ ਕੀਤੀ ਹੈ ਕਿ ਹੁਣ ਇੱਥੇ ਜੋ ਹੈ ਸਾਡੇ ਜੀਵਨ ਦੀ ਉਹੋ ਜਿਹੀ ਘਾੜਤ ਘੜਨੀ ਹੈ ਕਿ ਜਿੱਥੇ ਘੜ ਕੇ ਅੰਤ ਉੱਤੇ ਨਤੀਜਾ ਆਖਰੀ ਪੰਕਤੀ ਵਿੱਚ ਸਤਿਗੁਰੂ ਕਹਿ ਰਹੇ ਹਨ, ਕਿੱਥੇ ਘੜੀ ਹੈ ਸੁਰਾਂ ਸਿੱਧਾਂ ਕੀ ਸੁਧ। ਕਿ ਸਾਡੀ ਮੱਤ ਭਾਵ ਸੁਰਾਂ ਸਿੱਧਾਂ ਵਰਗੀ ਭਾਵ ਸਭ ਤੋਂ ਉੱਚੀ ਅਵਸਥਾ ਤੱਕ ਆਪਣੀ ਮੱਤ ਨੂੰ, ਅਕਲ ਨੂੰ, ਸਮਝ ਨੂੰ ਲੈ ਕੇ ਜਾਣ ਦੀ ਗੱਲ ਹੈ। ਪਰ ਇਹ ਆਪਣੇ ਜੀਵਨ ਦੀ ਘਾੜਤ ਨਾਲ ਹੀ ਹੋਣੀ ਹੈ। ਇਹ ਕਿਤਾਬੀ ਗਿਆਨ ਜਾਂ ਉਪਦੇਸ਼ ਲੈ ਕੇ ਨਹੀਂ ਘੜੀ ਜਾ ਸਕਦੀ। ਇਹ ਘਾੜਤ ਘੜੀਆਂ ਹੀ ਮਿਹਨਤ ਕੀਤਿਆਂ ਹੀ ਘੜੀ ਜਾ ਸਕਦੀ ਹੈ। ਇੰਨੀਆਂ ਹੀ ਗੱਲਾਂ ਪ੍ਰਵਾਨ ਕਰਨੀਆਂ ਜੀ, ਜੋ ਦਾਸ ਦੀ ਸਮਝ ਵਿੱਚ ਆਇਆ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰੋ, ਵੀਰ ਪ੍ਰਭ ਕੀਰਤਨ ਸਿੰਘ ਜੀ। ਬਹੁਤ ਹੀ ਵਿਸਥਾਰ ਨਾਲ ਆਪ ਜੀ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਇਹਨਾਂ ਖੰਡਾਂ ਦੀ। ਜਪ ਦੀ ਬਾਣੀ ਜਦੋਂ ਅਸੀਂ ਆਰੰਭ ਕੀਤੀ ਸੀ ਤੇ ਉਹਦੇ ਵਿੱਚ ਹੀ ਆਰੰਭ ਵਿੱਚ ਹੀ ਗੁਰੂ ਪਾਤਸ਼ਾਹ ਨੇ ਜੀਵਨ ਨੂੰ ਚਲਾਉਣ ਲਈ ਹੁਕਮ ਦੇ ਘੇਰੇ ਵਿੱਚ ਲਿਆਉਣ ਦੀ ਗੱਲ ਕੀਤੀ ਸੀ ਕਿ ਜੀਵਨ ਅਗਰ ਸੱਚਮੁੱਚ ਹੀ ਇੱਕ ਆਦਰਸ਼ਕ ਜੀਵਨ ਬਣਾਉਣਾ ਹੈ ਤਾਂ ਫਿਰ ਹੁਕਮ ਦੇ ਘੇਰੇ ਵਿੱਚ ਜੀਵਨ ਨੂੰ ਲਿਆਉਣਾ ਹੈ। ਤੇ ਹੁਣ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਇੱਥੇ ਪਹੁੰਚ ਕੇ ਇਹ ਗੱਲ ਸਾਡੀ ਝੋਲੀ ਵਿੱਚ ਪਾ ਦਿੱਤੀ ਕਿ ਹੁਕਮੀ ਬੰਦਾ ਧਰਮ ਤੋਂ ਬਿਨਾਂ ਨਹੀਂ ਬਣਦਾ। ਜਦ ਤੱਕ ਧਰਮ ਦੀ ਜੀਵਨ ਵਿੱਚ ਨਹੀਂ ਆਉਂਦਾ ਉਨੀ ਦੇਰ ਤੱਕ ਹੁਕਮ ਵੀ ਕਮਾਇਆ ਨਹੀਂ ਜਾ ਸਕਦਾ। ਧਰਮ ਨੇ ਪੜਚੋਲ ਕਰਨੀ ਹੈ ਤੇ ਪੜਚੋਲ ਲਈ ਗਿਆਨ ਦੀ ਲੋੜ ਹੈ। ਧਰਮ ਇੱਕ ਅਨੁਸ਼ਾਸਨ ਹੈ, ਡਿਸਪਲਿਨ ਹੈ, ਜੀਵਨ ਦੀ ਮਰਿਆਦਾ ਹੈ ਤੇ ਗਿਆਨ ਪਹਿਚਾਨ ਹੈ। ਜਿਹੜਾ ਗਿਆਨ ਉਹ ਪਹਿਚਾਨ ਹੈ। ਧਰਮ ਖੰਡ ਤੇ ਗਿਆਨ ਖੰਡ ਨੂੰ ਮਿਲ ਕੇ ਇਹ ਗੱਲ ਦੱਸ ਦਿੱਤਾ ਕਿ ਕਰਮ ਕਿਹੜਾ ਹੈ, ਉਹ ਕਿਹੜਾ ਕਰਮ ਹੈ। ਜਦੋਂ ਇਸ ਗੱਲ ਦੀ ਪਹਿਚਾਨ ਹੋ ਗਈ ਫਿਰ ਉੱਤਮ ਕਰਮ ਕਰਨ ਦੀ ਮਿਹਨਤ ਸ਼ੁਰੂ ਹੁੰਦੀ ਹੈ। ਕਿਉਂਕਿ ਜੀਵਨ ਸਾਡਾ ਇੱਕ ਕਰਮ ਭੂਮੀ ਹੈ। ਇਸ ਜੀਵਨ ਨੂੰ ਅਸੀਂ ਸੱਚਖੰਡ ਬਣਾਉਣਾ ਹੈ ਤੇ ਸੱਚਖੰਡ ਤੱਕ ਲੈ ਕੇ ਜਾਣਾ ਹੈ। ਇਸ ਜੀਵਨ ਨੂੰ ਮਰਨ ਤੋਂ ਬਾਅਦ ਦਾ ਸੱਚਖੰਡ ਕਿਸੇ ਨੇ ਨਹੀਂ ਦੇਖਿਆ। ਜੀਵਨ ਨੂੰ ਸੱਚਖੰਡ ਲੈ ਬਣਾਉਣਾ ਹੈ, ਉਹਦੇ ਲਈ ਉਦਮ ਦੀ ਲੋੜ ਹੈ। ਜਦੋਂ ਧਰਮ ਤੇ ਗਿਆਨ ਇਕੱਠੇ ਹੋ ਜਾਂਦੇ ਨੇ ਸਾਰੇ ਬ੍ਰਹਿਮੰਡ ਵਿੱਚ ਹਰ ਪਾਸੇ ਫਿਰ ਪ੍ਰਭੂ ਦੀ ਆਵਾਜ਼ ਸੁਣਦੀ ਹੈ। ਫਿਰ ਕਾਇਨਾਤ ਸਾਰੀ ਉਹਦੇ ਗੁਣ ਗਾਉਂਦੀ ਨਜ਼ਰ ਆਉਂਦੀ ਹੈ। ਰਾਤਾਂ ਰੁੱਤੀਆਂ ਥਿੱਤੀਆਂ ਵਾਰਾਂ ਸਭ ਉਹਦੇ ਹੁਕਮ ਵਿੱਚ ਤੁਰਦੇ ਹੋਏ ਨਜ਼ਰ ਆਉਂਦੇ ਨੇ। ਪੌਣ ਪਾਣੀ ਅਗਨੀ ਪਤਾਲ ਸਭ ਉਹਦੀਆਂ ਖੇਲਾਂ ਕਰਦੀਆਂ ਨਜ਼ਰ ਆਉਂਦੀਆਂ ਨੇ। ਤੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਪਹਿਲਾਂ ਸਿਰਫ ਜਦੋਂ ਮਨੁੱਖ ਧਰਮੀ ਨਹੀਂ ਸੀ, ਆਪਣੀ ਗੱਲ ਸੁਣਦਾ ਸੀ, ਆਪਣੇ ਪਰਾਏ ਦੀ ਹਰ ਵੇਲੇ ਉਹਨੂੰ ਇਹੋ ਹੀ ਰਹਿੰਦਾ ਸੀ ਮੇਰਾ ਹੈ। ਪਰ ਹੁਣ ਮਨੁੱਖਤਾ ਨੂੰ ਗਲਵਕੜੀ ਵਿੱਚ ਲੈਣ ਦਾ ਸੁਭਾਅ ਬਣਦਾ ਹੈ। ਇਹ ਵਿਸ਼ਾਲਤਾ ਆ ਜਾਂਦੀ ਹੈ ਗਿਆਨ ਦੀ ਗੱਲ ਦੇ ਨਾਲ। ਧਰਮ ਤੇ ਗਿਆਨ ਦੇ ਮੇਲ ਵਿੱਚੋਂ ਆਨੰਦ ਸ਼ੁਰੂ ਹੁੰਦਾ ਹੈ। ਧਰਮ ਤੇ ਗਿਆਨ ਦੇ ਮੇਲ ਵਿੱਚੋਂ ਆਨੰਦ ਸ਼ੁਰੂ ਹੁੰਦਾ ਹੈ। ਤੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਪ੍ਰਮੁਖੀ ਟਾਟੀ ਰਹੇ ਨਾ ਮਾਇਆ ਬਾਂਦੀ। ਭਗਤ ਕਬੀਰ ਜੀ ਦਾ ਕਮਾਲ ਦਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ। ਤੇ ਉਹਦੇ ਪਿੱਛੇ ਆਂਦੀ ਪਾਛੇ ਜੋ ਜਲ ਬਰਖੈ। ਬਾਰ-ਬਾਰ ਮੈਂ ਹਰ ਵਾਰੀ ਇਹ ਗੱਲ ਨੂੰ ਦੁਹਰਾਉਣਾ, ਆਪਣੇ ਤੇ ਵੀ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਵੀ ਗਿਆਨ ਤੱਕ ਸੀਮਤ ਨਹੀਂ ਰਹਿਣਾ। ਗਿਆਨ ਨੇ ਸਮਝਾ ਦਿੱਤਾ, ਗਿਆਨ ਨੇ ਦੱਸ ਦਿੱਤਾ। ਅਗਲੀ ਗੱਲ ਆਂਦੀ ਪਾਛੇ ਜੋ ਜਲ ਬਰਸੈ ਤੇ ਤੇਰਾ ਜਨ ਭੀਨਾ। ਉਹ ਹੈ ਆਨੰਦ ਦਾ, ਉਹ ਹੈ ਆਤਮਕ ਖੇੜੇ ਦਾ ਜਲ, ਉਹ ਹੈ ਗੁਰੂ ਦੀ ਬਖਸ਼ਿਸ਼ ਦਾ ਜਲ। ਤੇ ਕਰਮ ਘੜਨੇ ਨੇ ਤੇ ਕਰਮ ਘੜਨ ਲਈ ਧਰਮ ਦੀ ਲੋੜ ਹੈ। ਉਦਮ ਨਾਲ ਘੜਿਆ ਜਾਣਾ।
ਕਰਮ ਬਾਹਰ ਦਿਸਦਾ ਹੈ, ਪਰ ਅੰਦਰ ਉਹਦੇ ਪ੍ਰਭਾਵ ਅੰਦਰ ਪੈਂਦਾ ਹੈ। ਜਿਹੜਾ ਕਰਮ ਅਸੀਂ ਕਰਦੇ ਹਾਂ, ਕਰਦੇ ਅਸੀਂ ਕਰਮ ਬਾਹਰ ਹਾਂ, ਪਰ ਅੰਦਰ ਉਹਦਾ ਪ੍ਰਭਾਵ ਪੈਂਦਾ ਹੈ। ਬਾਹਰੀ ਉਦਮ ਤੋਂ ਪਹਿਲਾਂ ਅੰਦਰ ਫੁਰਨਾ ਪੈਦਾ ਹੁੰਦਾ ਹੈ, ਫਿਰ ਬਾਹਰੀ ਕੰਮ ਕਰਦਾ ਇੱਕ ਨਕਸ਼ਾ ਜਿਹਾ ਬਣਦਾ ਹੈ। ਉੱਤਮ ਕਰਮ ਰੂਪਵਾਨ ਕਰਨ ਦੀ ਮਿਹਨਤ ਸ਼ੁਰੂ ਹੁੰਦੀ ਹੈ। ਹੁਣ ਅਨੂਪ ਘਾੜਤ ਘੜਨ ਦੇ ਲਈ ਕਿਰਿਆ ਸ਼ੁਰੂ ਹੁੰਦੀ ਹੈ। ਅਨੂਪ ਘਾੜਤ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਘੜਨ ਦੀ ਲੋੜ ਸੀ? ਉੱਥੇ ਤਿੱਥੇ ਘੜੀਏ ਸੁਰਤ, ਮਤ, ਮਨ, ਬੁੱਧ। ਇਹਨਾਂ ਨੂੰ ਘੜਨ ਲਈ ਮਿਹਨਤ ਲੱਗਦੀ ਹੈ, ਕਰਮ ਕਰਨਾ ਪੈਂਦਾ ਹੈ। ਇਹਨਾਂ ਨੂੰ ਸ਼ਰਮ ਤੋਂ ਬਿਨਾਂ ਘੜਿਆ ਨਹੀਂ ਜਾ ਸਕਦਾ। ਇਹਨਾਂ ਨੂੰ ਮਿਹਨਤ ਕਰਨੀ ਪਏਗੀ। ਗੱਲਾਂ ਨਾਲ ਨਹੀਂ ਘੜਿਆ ਜਾਣਾ। ਗੱਲਾਂ ਨਾਲ ਤਾਂ ਅਸੀਂ ਬਹੁਤ ਕੁਝ ਘੜ ਲੈਂਦੇ ਹਾਂ। ਗੱਲਾਂ ਕਰਨ ਵਾਲੇ ਕੇਵਲ ਪਛਤਾਉਂਦੇ ਨੇ, ਕਿਉਂਕਿ ਉਹ ਕਿਹਾ ਹੀ ਨਹੀਂ ਜਾ ਸਕਦਾ, ਉਹ ਬਿਆਨ ਹੀ ਨਹੀਂ ਕੀਤਾ, ਤੇ ਪਛਤਾਵਾ ਬਾਕੀ ਬਚ ਜਾਂਦਾ ਹੈ। ਚਾਰੇ ਚੀਜ਼ਾਂ ਜਿਹੜੀਆਂ ਅਸੀਂ ਕਰਨੀਆਂ ਹਨ, ਇਹ ਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਸੁਰਤ ਦਿੱਤੀ। ਕਿਸੇ ਨੂੰ ਛੋਟੀ ਦਿੱਤੀ, ਕਿਸੇ ਨੂੰ ਵੱਡੀ ਦਿੱਤੀ ਹੈ, ਸਾਰਿਆਂ ਨੂੰ ਦਿੱਤੀ ਹੈ। ਪਰ ਸੂਰਤ ਤੋਂ ਸਿੱਖਣਾ ਤਾਂ ਉਹਨੇ ਕਿਸੇ ਨੂੰ ਰੱਖਿਆ ਨਹੀਂ। ਮਤ ਇਸ ਸੰਸਾਰ ਵਿੱਚ ਮਿਲਦੀ ਹੈ, ਵੀ ਇਨਸਾਨ ਨੇ ਕਿਹੜੀ ਮਤ ਗ੍ਰਹਿਣ ਕਰਨੀ ਹੈ। ਮਤ ਗੁਰੂ ਦੀ ਲੈ ਲਈ ਜਾਏ ਤੇ ਕਰਮ ਚੰਗੇ ਬਣ ਜਾਂਦੇ ਨੇ, ਤੇ ਜੇ ਮਤ ਮਨ ਦੀ ਲੈ ਲਈ ਜਾਏ ਤੇ ਕਰਮ ਨੀਵੇਂ ਬਣ ਜਾਂਦੇ ਨੇ। ਗੁਰੂ ਦੀ ਮਤ ਆ ਜਾਏ ਤਾਂ ਗੁਰੂ ਫਿਰ ਕਹਿ ਦਿੰਦਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ। ਉਹ ਗੁਰੂ ਦੀ ਮਤ ਸੀ। ਜਦੋਂ ਗੁਰੂ ਸੀਸ ਮੰਗਦਾ ਹੈ ਤੇ ਸੀਸ ਭੇਟਾ ਕਰਨ ਵਾਲੇ ਕਹਿੰਦੇ ਨੇ, ਮਹਾਰਾਜ ਅਸੀਂ ਤਾਂ ਹੁਕਮੀ ਬੰਦੇ ਬਣਨ ਦੀ ਜਾਚ ਸਿੱਖ ਰਹੇ ਹਾਂ। ਇਹ ਹੈ ਅਸਲ ਵਿੱਚ ਕਰਮ ਘੜਿਆ ਜਾਣਾ, ਕਰਮ ਘੜਿਆ ਗਿਆ। ਇਹ ਹੈ ਉਹਨਾਂ ਦਾ ਸਤਿਗੁਰ ਕੀ ਜਿਸ ਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉ ਜਾਣੇ, ਤਿਸ ਅੰਤਰ ਰਵੈ ਹਰ ਨਾਮਾ। ਇਹ ਹੈ ਜਦੋਂ ਤੱਕ ਆਪਣਾ ਸੀ ਉਦੋਂ ਤੱਕ ਕਰਮ ਨਹੀਂ ਘੜਿਆ ਗਿਆ। ਜਬ ਬੁੱਧ ਹੋਤੀ ਤਬ ਬਲ ਕੈਸਾ, ਅਬ ਬੁੱਧ ਬਲ ਨਾ ਖਟਾਈ। ਜਦੋਂ ਬੁੱਧ ਸੀ ਉਦੋਂ ਬਲ ਨਹੀਂ ਸੀ, ਜਦੋਂ ਬਲ ਸੀ ਉਦੋਂ ਹੁਣ ਬੁੱਧੀ ਨਹੀਂ ਰਹੀ, ਉਹ ਬੁੱਧੀ ਨਹੀਂ ਰਹੀ। ਕਹੇ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਆਹ ਕਮਾਲ ਦੀ ਗੱਲ ਹੈ। ਗੁਰੂ ਨੇ ਮੱਤ ਵੀ ਘੜ ਦਿੱਤੀ, ਬੁੱਧ ਵੀ ਘੜ ਦਿੱਤੀ, ਸੁਰਤ ਵੀ ਘੜ ਦਿੱਤੀ, ਹੁਕਮੀ ਬੰਦਾ ਬਣ ਕੇ। ਫਿਰ ਜਿਹੋ ਜਿਹੀ ਮਨੁੱਖ ਦੀ ਬੁੱਧੀ ਹੁੰਦੀ ਹੈ, ਉਹੋ ਜਿਹਾ ਦਾ ਸੁਭਾਅ ਬਣਦਾ ਹੈ, ਉਹੋ ਜਿਹਾ ਦਾ ਮਨ ਬਣਦਾ ਹੈ। ਜੇ ਮਤ ਗੁਰੂ ਅਨੁਸਾਰੀ ਹੈ ਤਾਂ ਮਨ ਦਾ ਝੁਕਾਅ ਅੰਤਰਮੁਖੀ ਹੈ, ਜੇ ਮਤ ਮਨ ਦੀ ਹੈ ਤਾਂ ਮਨ ਦਾ ਸੁਭਾਅ ਬਾਹਰਮੁਖੀ ਹੈ। ਬਸ ਗੁਰੂ ਇੱਥੇ ਉਹੀ ਗੱਲਾਂ ਘੜਨ ਦੀਆਂ ਗੱਲਾਂ ਸਾਨੂੰ ਸਿਖਾਉਂਦੇ ਨੇ, ਬੰਦਿਆ ਹੁਕਮੀ ਬੰਦਾ ਬਣ, ਤੇ ਹੁਕਮੀ ਬੰਦਾ ਬਣ ਕੇ ਉਸ ਨਿਰੰਕਾਰ ਦੇ ਦੇਸ਼ ਦੇ ਇਸ ਧਰਮ, ਇਸ ਸਰੀਰ ਨੂੰ ਸੱਚਖੰਡ ਬਣਾ ਤੇ ਉਹਦਾ ਆਨੰਦ ਮਾਣ। ਇਹ ਗੁਰੂ ਪਾਤਸ਼ਾਹ ਸਾਨੂੰ ਘਾੜਤ ਘੜਨ ਦਾ ਉਪਦੇਸ਼ ਦਿੰਦੇ ਨੇ। ਬਹੁਤ ਬਹੁਤ ਧੰਨਵਾਦ ਹੈ ਵੀਰ ਪ੍ਰਭ ਕੀਰਤਨ ਸਿੰਘ ਜੀ। ਬਹੁਤ ਹੀ ਕਮਾਲ ਦੇ ਅੱਜ ਆਨੰਦ ਆਇਆ ਸੁਣ ਕੇ, ਜਿਹੜੀਆਂ ਚੀਜ਼ਾਂ ਆਪ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।